ਸਾਖੀ ਦੂਜੀ। ਸਦਾ ਬਖਸ਼ਿੰਦ ਜੀ। ਬਿਆਸਾ ਵਗ ਰਹੀ ਹੈ ਪਰ ਅਡੋਲ, ਕੋਈ ਲਹਿਰ ਤਰੰਗ ਨਹੀਂ ਪੈਂਦਾ। ਹਵਾ ਦਾ ਰੁਮਕਾ ਮਾਤਰ ਵੀ ਨਹੀਂ ਰੁਮਕ ਰਿਹਾ। ਇਉਂ ਖੜੀ ਹੈ, ਜਾਪਦੀ ਹੈ ਜਿਵੇਂ ਰੋਗੀ ਰਾਜ ਦੀ ਬਿਰਤੀ ਖੜੀ ਹੈ। ਸੂਰਜ ਦੇ ਅੱਗੇ ਪਤਲੀ ਪਤਲੀ ਬੱਦਲੀ ਹੈ, ਪਰ ਬੱਦਲ ਚਾਲ ਨਹੀਂ। ਮਾਨੋ ਚਿੱਟਾ ਚੰਦੋਆ ਤਣ ਰਿਹਾ ਹੈ। ਨਦੀ ਦੇ ਕਿਨਾਰੇ ਇੱਕ ਰਤਾ ਕੁ ਉੱਚਾ ਟਿੱਬਾ ਹੈ। ਇਸ ਉੱਤੇ ਇੱਕ ਕੱਖਾਂ ਦੀ ਛੰਨ ਪਈ ਹੋਈ ਹੈ। ਛੰਨ ਦੇ ਅੱਗੇ ਇੱਕ ਵਧਵਾਂ ਕੱਖਾਂ ਦਾ ਛੱਪਰ ਤਣ ਰਿਹਾ ਹੈ, ਜਿਵੇਂ ਅੱਜ ਕੱਲ੍ਹ ਬਰਾਮਦੇ ਜਾਂ ਬਰਾਂਡੇ ਹੁੰਦੇ ਹਨ, ਜਿਸ ਦੇ ਹੇਠ ਪਰਾਲੀ ਵਿਛੀ ਹੈ। ਇਸ ਪਰਾਲੀ ਉੱਤੇ ਬੈਠਾ ਹੈ ਨਈ ਭੂਈ ਦਾ ਸਾਈਂ ਦਾ ਖਿਆਲ ਮੰਡਲ ਦਾ ਮਾਲਕ। ਹਾਂ, ਇਸ ਤੋਂ ਵੀ ਉੱਪਰ ਸੰਕਲਪ ਵਿਕਲਪ ਦਾ ਘਾਲਕ, ਪੈਗੰਬਰਾਂ ਅਵਤਾਰਾਂ ਨੂੰ ਰਸਤਾ ਦੱਸਣ ਵਾਲਾ ਸਾਲਕ, ਖਾਲਕ ਦਾ ਆਪਣਾ ਬਾਲਕ, ਆਤਮ ਦ੍ਰਿਸ਼ਟੀ ਦਾ ਮਾਲਕ ਬੈਠਾ ਹੈ ਅਡੋਲ, ਐਸਾ ਕਿ ਸਵਾਸਾਂ ਦੀ ਗਤੀ ਵੀ ਪ੍ਰਤੀਤ ਨਹੀਂ ਦਿੰਦੀ। ਚਿਹਰਾ ਸ਼ਾਂਤ ਸਤੋਗੁਣੀ ਪ੍ਰਭਾ ਨਾਲ ਪੁੰਨਿਆਂ ਦੇ ਚੰਨ ਵਾਂਗ ਟਿਕਵੀਂ ਚਮਕ ਵਿੱਚ ਹੈ। ਨੈਣ ਬੰਦ ਹਨ ਜਿਵੇਂ ਸਿਪ ਬੰਦ ਹੁੰਦੇ ਹਨ। ਅੰਦਰ ਮੋਤੀ ਆਭਾ ਲੈ ਕੇ ਸਵੇਰ ਤੋਂ ਇਸੇ ਤਰ੍ਹਾਂ ਬੈਠੇ ਹਨ। ਅਚਾਨਕ ਨੈਣ ਖੁੱਲੇ, ਇੱਕ ਟਿਕਵੀਂ ਦ੍ਰਿਸ਼ਟੀ ਪਈ ਚੱਲ ਰਹੇ, ਪਰ ਅਡੋਲ ਸਰੋਵਰ ਵਾਂਗੂ ਖੜੇ ਵਗਦੇ ਪਾਣੀਆਂ ਉੱਤੇ ਫਿਰ ਮਿਟ ਗਏ ਸੋਹਣੇ ਨੈਣ। ਅੰਦਰ ਜਾ ਖੁੱਲੇ, ਅੰਦਰ ਦ੍ਰਿਸ਼ਟੀ ਪੈ ਰਹੀ ਹੈ ਧੁਰ ਅੰਦਰਲੇ ਅਨੰਤ ਸਾਗਰ ਉੱਤੇ। ਚੁੱਪ ਸ਼ਾਂਤ ਅਡੋਲ ਗਹਿਰ ਗੰਭੀਰ ਬੇਅੰਤ ਸਾਗਰ ਉੱਤੇ, ਜੋ ਕਦੇ ਨਹੀਂ ਹਿਲਦਾ, ਪਰ ਜਿਸ ਦੀ ਅਡੋਲਤਾ ਸੰਸਾਰ ਨੂੰ ਚਲਾ ਰਹੀ ਹੈ। ਹਾਂ ਜੀਓ, ਜਿਸ ਦੀ ਗੰਭੀਰਤਾ ਅਥਾਹ ਹੈ, ਪਰ ਜਿਸ ਦੇ ਭੇਦ ਕੁਦਰਤ ਦੇ ਰੰਗਾਂ ਵਿੱਚ ਝਲਕੇ ਮਾਰਦੇ ਹਨ। ਫੇਰ ਨੈਣ ਖੁੱਲੇ, ਫੇਰ ਮਿਟੇ, ਖੁੱਲ੍ਹਦੇ ਹਨ ਤਾਂ ਸਾਹਮਣੇ ਵਗ ਰਹੇ ਡੂੰਘੇ ਪਾਣੀਆਂ ਦੀ ਸਤਹ ਉੱਤੇ, ਮਿਟਦੇ ਹਨ ਤਾਂ ਖੁੱਲ੍ਹਦੇ ਹਨ ਅੰਦਰਲੇ ਡੂੰਘੇ ਸਾਗਰ ਦੀ ਸਤਹ ਉੱਤੇ, ਤੇ ਦ੍ਰਿਸ਼ਟੀ ਗੁੰਮ ਹੋ ਜਾਂਦੀ ਹੈ ਉਹਨਾਂ ਦੀਆਂ ਗਹਿਰਾਈਆਂ ਵਿੱਚ। ਪਿਛਲੇ ਪਾਸਿਓਂ ਆਇਆ ਇੱਕ ਕੋਈ ਛੋਪਲੇ ਕਦਮ ਧਰਦਾ, ਡਿੱਗਦੀ ਬਰਫ਼ ਦੇ ਫੂਹਿਆਂ ਤੋਂ ਵੀ ਮਲਕੜੇ ਪੈਰ ਰੱਖਦਾ। ਆ ਬੰਦ ਨੈਣਾਂ ਦੇ ਦਰਸ਼ਨ ਕੀਤਿਓਸ ਬੰਧਨਾਂ ਵਿੱਚ ਪੈ ਗਿਆ, ਜਿਵੇਂ ਪਛਮ ਦਾ ਫੰਭਾ ਲੇਟ ਜਾਂਦਾ ਹੈ। ਧਰਤੀ ਉੱਤੇ ਮੌਨੀ ਸਾਧੂ ਦੀ ਚੁੱਪ ਵਾਂਗ ਫੇਰ ਉੱਠ ਖੜਾ ਹੋਇਆ, ਬਿਨ ਆਹਟ ਕੀਤੇ ਦੇ, ਜਿਵੇਂ ਪੂਣੀ ਚੁੱਕੀ ਜਾਂਦੀ ਹੈ, ਤੇ ਪੱਛੀ ਵਿੱਚੋਂ ਮੁਟਿਆਰ ਦੇ ਸਹਿਜਵੇਂ ਹੱਥੀਂ। ਪਰ ਹੁਣ ਅਚਾਨਕ ਆਪ ਜੀ ਦੇ ਨੈਣ ਖੁੱਲੇ, ਦ੍ਰਿਸ਼ਟੀ ਪਈ ਆਪਣੇ ਤੇ ਪਾਣੀਆਂ ਦੇ ਵਿੱਚ ਆ ਖਲੋਤੇ ਉੱਤੇ। ਹੁਣ ਅਚਾਨਕ ਆਪ ਜੀ ਦੇ ਨੈਣ ਖੁੱਲੇ, ਦ੍ਰਿਸ਼ਟੀ ਪਈ ਆਪਣੇ ਤੇ ਪਾਣੀਆਂ ਦੇ ਵਿੱਚ ਆ ਖਲੋਤੇ ਉੱਤੇ। 2-4 ਵੇਰ ਇਸੇ ਤਰ੍ਹਾਂ ਖੁੱਲੇ ਤੇ ਮਿਟੇ, ਖੁੱਲੇ ਤੇ ਮਿਟੇ। ਚੁੱਪਾਂ ਦਾ ਸਾਈਂ ਕਿਸੇ ਅਮਰਦਾਸ ਦੇ ਵਸ ਪਿਆ ਹੋਇਆ, ਸਾਰੇ ਵਸੀਕਾਰਾਂ ਦਾ ਮਾਲਕ, ਮਾਨੋ ਰਸਾਵੇਸ਼ ਵਿੱਚ ਬੇਵਸ ਹੋਇਆ, ਹਿੱਲਣੋਂ ਬੋਲਣੋਂ ਅਸਮਰੱਥ ਹੋ ਰਿਹਾ ਹੈ। ਸੋ ਆਤਮ ਰਸ ਦੀ ਪ੍ਰਬਲ ਸ਼ਕਤੀ ਕਿਸ ਤਰ੍ਹਾਂ ਤੂੰ ਸਬਲ ਨੂੰ ਅਬਲ ਕਰ ਦਿੰਦੀ ਹੈ ਕਿ ਆਪਣੇ ਆਪ ਉੱਤੇ ਹੀ ਬਲ ਨਹੀਂ ਚੱਲਦਾ, ਆਪਣਾ ਸਬਲ ਦਾ। ਬੱਲੂ ਖੜੋਤਾ ਸੀ ਸਾਹਮਣੇ ਅਡੋਲ, ਪਰ ਉਸ ਦੀ ਹਾਜ਼ਰੀ ਨਹੀਂ ਸੀ ਪਾ ਰਹੀ ਵਿਘਨ। ਹਜ਼ੂਰੀ ਦੀ ਸਬਲਤਾ ਅੱਗੇ ਨਿਰਬਲ ਹੋਏ ਮਹਾਬਲੀ ਨੂੰ। ਬੱਲੂ ਸਿਆਣਾ ਸੀ, ਸਮਝ ਗਿਆ ਆਪਣੇ ਸਾਈਂ ਦੀ ਰਸਾਵੇਸ਼ਤਾ ਨੂੰ, ਭੌਂ ਗਿਆ ਆਪ ਦੀ ਸੱਜੀ ਦ੍ਰਿਸ਼ਟੀਕੋਣ ਦੇ ਪਾਸੇ ਰਤਾ-ਕੂ ਪਿੱਛੇ ਵਾਰ ਨੂੰ। ਜਿਵੇਂ ਰਤਾ-ਕੂ ਸਰਕੀ ਹਵਾ ਨਾਲ ਘੁੰਮ ਜਾਂਦਾ ਹੈ ਧਰਤੀ ਤੇ ਪਿਆ ਸੁੰਮਲਦਾਰ ਨੂੰ, ਜਿਵੇਂ ਰਤਾ-ਕੂ ਸਰਕੀ ਹਵਾ ਨਾਲ ਘੁੰਮ ਜਾਂਦਾ ਹੈ
ਧਰਤੀ ਤੇ ਪਿਆ ਸਿਮਲ ਦੀ ਰੂੰ ਦਾ ਤੁੰਬਾ, ਕਿ ਅੱਕ ਦੀ ਅੰਬੀ ਵਿੱਚੋਂ ਨਿਕਲੀ ਅੱਕ ਦੀ ਰੂੰ ਆਈ। ਬੁੱਢੀ ਮਾਈ ਹੁਣ ਰਸ ਗੁੱਦੇ ਨੈਣ ਖੁੱਲੇ, ਤਾਂ ਅਡੋਲ ਵਗਦੇ ਪਾਣੀਆਂ ਦੀ ਸਾਫ਼ ਸਤਹ ਤੇ ਆਪਣੇ ਨੈਣਾਂ ਦੇ ਵਿਚਕਾਰੇ ਕੁਛ ਨਾ ਸੋ ਖਲਾ। ਪਰ ਦੇਖਦੇ ਹੀ ਦੇਖਦੇ ਜਗਤ ਮਾਤਾ ਦਾ ਝਾਮਲਾ ਪਿਆ। ਨੈਣ ਮੁੰਦ ਹੋ ਗਏ, ਫਿਰ ਖੁੱਲੇ, ਫਿਰ ਦਿਸੀ ਮਾਤਾ, ਜਿਸ ਬਹੁਤੀ ਛਾਂ ਪਤਰਾਲੀ। ਹਾਂ, ਆਪਣੀਆਂ ਮਾਵਾਂ ਤੇ ਠੰਡੀਆਂ ਛਾਵਾਂ। ਫਿਰ ਨੈਣ ਮੁੰਦੇ ਤਾਂ ਦ੍ਰਿਸ਼ਟ ਪਏ ਜੀਅ ਦਾਨ ਦਾਤਾ ਸ੍ਰੀ ਗੁਰੂ ਅੰਗਦ ਦੇਵ ਜੀ। ਫਿਰ ਅਲਸਾਏ ਨੈਣ ਖੁੱਲੇ, ਤੇ ਫਿਰ ਦਿਸੀ ਉਹ ਆਪਣੀ ਮਾਤਾ ਖੀਵੀ। ਮਾਤਾ ਖੀਵੀ, ਮਾਤਾ ਖੀਵੀ ਨੇਕ ਜਨ। ਫੁਰਨਾ ਹੋਇਆ, ਝਾਮਲਾ ਹੈ ਕਿ ਦਰਸ਼ਨ, ਮਾਤਾ ਹੈ ਕਿ ਮਾਤਾ ਦਾ ਪ੍ਰਭਾਵ। ਅੱਖਾਂ ਛੇਤੀ ਛੇਤੀ ਝਮਕੀਆਂ, ਹੱਥ ਉੱਠ ਖੜੋਏ, ਅੱਖਾਂ ਅੱਗੇ ਆ ਕੇ ਫਿਰ ਕੇ ਗੋਦ ਵਿੱਚ ਜਾ ਟਿਕੇ। ਹੁਣ ਨੈਣਾ ਨੇ ਨੀਝ ਲਾ ਕੇ ਤੱਕਿਆ। ਉੱਥੇ ਮਾਤਾ ਨਹੀਂ ਸੀ, ਪਰ ਲੱਗਦਾ ਇਉਂ ਸੀ ਜਿਵੇਂ ਮਾਂ ਦੀ ਮਿੱਠੀ ਮਿੱਠੀ ਲੋਰੀ ਦੀ ਆਵਾਜ਼ ਆ ਰਹੀ ਹੈ। ਨੀਂਦ ਲਿਆਉਣ ਵਾਲੀ ਲੋਰੀ ਦੀ, ਪਰ ਜਗਾਉਣ ਵਾਲੀ ਲੋਰੀ ਦੀ। ਜਾਗੋ ਮੇਰੇ ਲਾਲ ਚਿੜੀਆਂ ਬਨ ਬੋਲੇ, ਜਾਗੋ ਮੇਰੇ ਲਾਲ ਸੂਰਜ ਅੱਖ ਖੋਲੇ। ਜਾਗੋ ਮੇਰੇ ਲਾਲ ਚਿੜੀਆਂ ਬਨ ਬੋਲੇ, ਜਾਗੋ ਮੇਰੇ ਲਾਲ ਸੂਰਜ ਅੱਖ ਖੋਲੇ। ਸਰੀਰ ਹਿੱਲਿਆ, ਚੌਂਕੜੀ ਖੁੱਲੀ, ਇੱਧਰ ਉੱਧਰ ਸੱਜੇ ਖੱਬੇ ਤੱਕੇ। ਆਪ ਦੇ ਪਵਿੱਤਰ ਗਲੇ ਤੋਂ ਧੁਨ ਉੱਠੀ। ਗੌੜੀ ਗੁਆਰੇਰੀ ਮਹੱਲਾ ਤੀਜਾ। ਏਕਸ ਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈ ਸੰਤਰ ਸਭ ਸਹਿ ਲੰਗਾ। ਪਿੰਨ ਪਿੰਨ ਵੇਖੈ ਹਰ ਪ੍ਰਭ ਰੰਗਾ, ਏਕ ਅਚਰਜ ਏਕੋ ਹੈ ਸੋਈ, ਏਕ ਅਚਰਜ ਏਕੋ ਹੈ ਸੋਈ। ਘੰਗੂਰਾ ਲੈ ਕੇ ਗੁਰਮੁਖ ਵਿਚਾਰੇ ਵਿਰਲਾ ਕੋਈ। ਰਹਾਉ। ਫਿਰ ਚੁੱਪ ਹੋ ਗਈ। ਹੁਣ ਬੱਲੂ ਫਿਰ ਅੱਗੇ ਵਧਿਆ। ਆਪ ਜੀ ਬੋਲੇ ਬੜੀ ਧੀਵੀਂ ਇੱਕਵੀਂ ਰਸਮਈ ਸੁਰ ਵਿੱਚ, ਬੱਲੂ ਕਾਕਾ ਕੀ ਗੱਲ ਹੈ? ਬੱਲੂ ਜੀਵਨ ਦਾਤਾ, ਤੀਸਰਾ ਪੈਰ ਹੈ, ਹੁਣ ਤਾਂ ਕੁਛ ਮੂੰਹ ਪਾਓ। ਆਪ ਕੀ ਲਿਆਇਆ ਹੈ? ਬੱਲੂ ਦਲੀਆ ਆਂਦਾ ਹੈ, ਪਰ ਇੱਕ ਭੁੱਲ ਕੀਤੀ ਹੈ। ਜਦ ਪਾਣੀ ਵਿੱਚ ਗਲ ਗਿਆ ਦਲੀਆ, ਤਾਂ ਘੁੱਟ ਦੁੱਧ ਦਾ ਪੈ ਗਿਆ ਮੈਥੋਂ ਮੱਲੋ ਮੱਲੀ। ਤੇ ਹੈਂ ਜੀਓ, ਟਹਿਲਣ ਨੇ ਰੁੱਗ ਖੰਡ ਦਾ ਭੁਲੇਵੇ ਪਾ ਦਿੱਤਾ। ਸੋ ਪਾਤਸ਼ਾਹ, ਅੱਜ ਦਾ ਦਿਨ ਇਹੋ ਅੰਗੀਕਾਰ ਕਰ ਲਓ। ਮੈਂ ਫਿਰ ਸਾਦਾ ਬਣਾ ਲਿਆਉਂਦਾ ਹਾਂ, ਪਰ ਕਣਕ ਨਾ ਭੁੱਜੀ ਹੋਈ ਘਰ ਸੀ, ਨਾ ਭੁੰਨ ਕੇ ਦਲੀ ਹੋਈ। ਨਾ ਘਰ ਦਾਲ ਚੌਲ ਸਨ, ਨਾ ਸੀ ਸੀਲ ਭੁੰਨੀ ਹੋਈ। ਤਾਂ ਤੇ ਆਪ ਸੁਣ ਕੇ ਹੱਸ ਪਏ, ਉੱਪਰ ਨੂੰ ਤੱਕੇ। ਧੰਨ ਤੂੰ ਹੈ ਜੋ ਦਿਲਾਂ ਵਿੱਚ ਪਿਆਰ ਪਾ ਦਿੰਦਾ ਹੈ। ਧੰਨ ਤੂੰ, ਧੰਨ ਤੂੰ। ਬੱਲੂ ਵੱਲ ਤੱਕ ਕੇ, ਲਿਆ ਬਈ, ਜੋ ਰਿਜ਼ਕ ਦਾਤਾ ਨੇ ਘੱਲਿਆ ਹੈ ਲੈ ਆ। ਬੱਲੂ ਪਾਣੀ ਲੈ ਕੇ ਆ ਗਿਆ। ਹੱਥ ਧੁਆਏ, ਪਰਨਾ ਅੱਗੇ ਕੀਤਾ, ਤੇ ਪਿਆਜ਼ ਛੰਨੇ ਵਿੱਚ ਦਲੀਆ ਲਿਆ ਧਰਿਆ ਅੱਗੇ। ਨਾਲ ਇੱਕ ਚਮਚਾ ਲਿਆ ਰੱਖਿਆ। ਪਲਾਂ ਮਗਰੋਂ ਬਿਰਧ ਜੀ ਆ ਗਏ ਅੰਦਰ, ਤੇ ਆ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਸ੍ਰੀ ਗੁਰੂ ਜੀ, ਆਵੋ ਸਤਿਗੁਰ ਦੇ ਪਿਆਰੇ ਜੀਓ, ਜੀਓ ਆਏ। ਭਾਈ ਬੁੱਢਾ ਪਾਤਸ਼ਾਹ ਆਪ ਦੇ ਦਰਸ਼ਨਾਂ ਲਈ ਆਪ ਦੀ ਇਕਾਂਤ ਵਿੱਚ ਵਿਘਨ ਪਾਇਆ ਹੈ। ਕੁਛ ਬਿਨੈ ਕਰਨ ਦੀ ਵੀ ਆਗਿਆ ਲੈਣੀ ਹੈ। ਗੁਰੂ ਜੀ,
आओ गुरु नानक प्यारे जीओ, जो चित करे आखो। ਬਿਰਧ ਜੀ, ਸ੍ਰੀ ਦਾਤਾ ਜੀਓ, ਸੰਗਤਾਂ ਦਰਸ਼ਨ ਨੂੰ ਤਰਸ ਰਹੀਆਂ ਹਨ। ਆਪ ਦਾ ਅਗਾਧ ਪ੍ਰੇਮ ਗੁਰੂ ਅੰਗਦ ਦੇਵ ਜੀ ਨਾਲ ਆਪ ਨੂੰ ਧਿਆਨ ਤੋਂ ਉੱਠਣ ਨਹੀਂ ਦਿੰਦਾ, ਪਰ ਉਹਨਾਂ ਹੀ ਸਤਿਗੁਰਾਂ ਨੇ ਆਪ ਨੂੰ ਆਗਿਆ ਕੀਤੀ ਸੀ ਕਿ ਪਾਰਬ੍ਰਹਮ ਦਾ ਪੰਥ ਚਲਾਈ ਚੱਲਣਾ ਹੈ, ਜਗਤ ਦੇ ਜੀਵਾਂ ਨੂੰ ਪਰਮੇਸ਼ਰ ਦਾ ਉਪਦੇਸ਼ ਕਰਨਾ ਹੈ। ਸ੍ਰੀ ਗੁਰੂ ਅਮਰਦਾਸ ਜੀ, ਭਾਈ ਬੁੱਢਾ, ਸੱਚ ਕਿਹਾ ਜੇ ਸੱਚ, ਪਾਰਬ੍ਰਹਮ ਦਾ ਪੰਥ ਗੁਰੂ ਬਾਬੇ ਕੀਤਾ ਤੇ ਗੁਰੂ ਪਿਤਾ ਨੇ ਚਲਾਇਆ। ਮੈਂ ਕੌਣ, ਮੈਂ ਕੌਣ ਕਹਿੰਦੇ ਨੈਣੀ ਨੀਰ ਭਰ ਲਿਆਏ। ਬਾਬਾ ਬੁੱਢਾ, ਸੱਚ ਮਾਲਕ ਜੀਓ, ਸੱਚ ਪਰ ਆਪ ਨੂੰ ਹੁਕਮ ਹੈ, ਪੰਥ ਤੋਰੀ ਰੱਖਣ ਦਾ ਤੇ ਵਰ ਹੈ ਕਿ ਦੋਏ ਸਤਿਗੁਰ ਆਪ ਦੇ ਵਿੱਚ ਬੈਠ ਕੇ ਕੰਮ ਕਰਨਗੇ। ਪਿਓ ਦਾਦੇ ਦੇ ਨਿਵਾਸ ਤੁਸਾਂ ਵਿੱਚ ਸਦਾ ਰਹਿਣਗੇ। ਆਪ ਜੀ ਨੇ ਜਿਵੇਂ 12 ਬਰਸ ਹਜ਼ੂਰੀ ਵਿੱਚ ਆਗਿਆ ਪਾਲੀ ਹੈ, ਹੁਣ ਵੀ ਪਾਲਣੀ ਹੈ। ਗੁਰਤਾ ਪਾ ਕੇ ਆਪ ਦਾ ਬਿਰਧ ਹੈ ਜਗਤ ਦਾ ਉਧਾਰ ਕਰਨਾ। ਇਹ ਕਰਤਾ ਪੁਰਖ ਦੀ ਸੇਵਾ ਹੈ, ਜੀਵਾਂ ਦੀ ਕਲਿਆਣ ਕਰਨੀ ਗੁਰੂ ਕੀ ਆਗਿਆ ਪਾਲਣ ਹੈ। ਬਿਰਧ ਜੀ ਦੇ ਵਾਕ ਸੁਣਦੇ ਸੁਣਦੇ ਆਪ ਜੀ ਨੇ ਨੈਣ ਭਰੇ, ਪਰ ਡੁੱਲੇ ਨਹੀਂ, ਬੋਲੇ ਨਹੀਂ। ਉੱਠ ਖੜੇ ਹੋਏ, ਭਾਈ ਦੇ ਮੋਢੇ ਤੇ ਹੱਥ ਧਰ ਦਿੱਤੇ। ਭਾਈ ਬੁੱਢਾ ਅਦਬ ਪਰੋਤਾ ਰੁਮਕੇ ਰੁਮਕੇ ਟੁਰ ਪਿਆ। ਤਾਰਨਹਾਰ ਨੂੰ ਨਾਲ ਲੈ ਕੇ ਸਨੇ ਸਨੇ ਬਾਹਰ ਆਏ। ਅੱਗੇ ਸ਼ਾਮਿਆਨਾ ਤਣ ਰਿਹਾ ਸੀ, ਹੇਠ ਸਿੰਘਾਸਨ ਲੱਗ ਰਿਹਾ ਸੀ। ਬਿਰਧ ਨੇ ਮਲਕੜੇ ਲਿਆ ਕੇ ਉੱਪਰ ਬਿਠਾ ਦਿੱਤਾ। ਬੱਲੂ ਦੇ ਹੱਥ ਚੌਰ ਦਿੱਤਾ, ਜੋ ਪਿੱਛੇ ਖੜੋ ਕੇ ਝੁਲਾਵਣ ਲੱਗ ਪਿਆ। ਦਰਸ਼ਨ ਪਿਆਸੇ ਸਿੱਖ ਮੱਥਾ ਟੇਕ ਕੇ ਚੁਫੇਰੇ ਪਰਿਵਾਰ ਪਾ ਕੇ ਬਹਿ ਗਏ। ਸੱਤਾ ਤੇ ਬਲਵੰਡ ਰਬਾਬੀ ਸੱਜੇ ਪਾਸੇ ਆ ਬੈਠੇ ਤੇ ਸਾਜ਼ ਖੋਲਿਓ ਨੇ। ਭਾਈ ਬਿਰਧ ਨੇ ਬੇਨਤੀ ਕੀਤੀ ਤਾਂ ਉਹ ਕੀਰਤਨ ਕਰਨ ਲੱਗ ਪਏ। ਕੀਰਤਨ ਸਮਾਪਤੀ ਤੇ ਸੰਗਤ ਨੇ ਸਦਾ ਦਰਸ਼ਨਾਂ ਲਈ ਬੇਨਤੀ ਕੀਤੀ, ਜੋ ਕਵੀ ਜੀ ਨੇ ਇਉਂ ਲਿਖੀ ਹੈ। ਇਹ ਮੰਦੇ ਹੋ ਦਰਸ਼ਨ ਹਮਕੋ ਪਰਬੀਨ, ਦਾਸਨ ਮਝਾਰ ਬੈਠੋ ਸਦੀਵ। ਸਭ ਕੋ ਅਲੰਬ ਆਪ ਅਬ ਆਪ ਥੀਵ। ਸ੍ਰੀ ਨਾਨਕ ਅੰਗਦ ਰੂਪ ਦੋਏ, ਪਰਲੋਕ ਗਮਨ ਬੈਕੁੰਠ ਸੋਏ। ਗੁਰ ਪਏ ਆਪ ਤਿਨ ਕੇ ਸਥਾਨ, ਦੇਹੋ ਨਾਮ ਦਾਨ ਤਾਰਨ ਜਹਾਨ। ਬੇਨਤੀ ਸੁਣ ਕੇ ਆਪ ਨੇ ਬਚਨ ਕੀਤਾ, ਗੁਰੂ ਭਲੀ ਕਰੇਗਾ। ਫਿਰ ਕੁਛ ਚਿਰ ਨਾਮ ਦਾ ਉਪਦੇਸ਼ ਦਿੰਦੇ ਰਹੇ। ਹੁਣ ਰੋਜ਼ ਦੀਵਾਨ ਸਜਾਉਣ ਲੱਗੇ ਤੇ ਖਡੂਰ ਵਿਚਲੀ ਗੁਰੂ ਅੰਗਦ ਦੇਵ ਜੀ ਵਾਲੀ ਰਹੁ ਰੀਤ ਗੋਇੰਦਵਾਲ ਵਿੱਚ ਜਾਰੀ ਹੋ ਗਈ। ਨਿਤ ਵਿਵਹਾਰ ਇਸ ਪ੍ਰਕਾਰ ਸਥਾਪਨ ਹੋਇਆ। ਪਹਿਲੀ ਰਾਤ ਰਹਿੰਦੀ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਨਿਤ ਵਿਵਹਾਰ ਮੂਜਬ ਆਪ ਜੀ ਜਾਗ ਉੱਠਦੇ। ਦਹੀਂ ਕੇਸਾਂ ਵਿੱਚ ਪਾ ਕੇ ਬੱਲੂ ਇਸ਼ਨਾਨ ਕਰਾਉਂਦਾ, ਚਿੱਟੇ ਵਸਤਰ ਪਹਿਨ ਕੇ ਚੁਬਾਰੇ ਵਿੱਚ ਬੈਠ ਜਾਂਦੇ ਤੇ ਅਗਾਧ ਸਮਾਧ ਵਿੱਚ ਲਿਵਲੀਨ ਹੋ ਜਾਂਦੇ। ਜਦ ਪ੍ਰਭਾਤ ਹੋਈ, ਸੱਤਾ ਤੇ ਬਲਵੰਡ ਰਬਾਬੀ ਆ ਕੇ ਕੀਰਤਨ ਕਰਦੇ, ਜੋ ਮਹਿਮਾ ਪ੍ਰਕਾਸ਼ ਨੇ ਇਉਂ ਲਿਖੀ ਹੈ। ਪੁਨ ਹੋਏ ਦਿਨ ਪ੍ਰਕਾਸ਼, ਮਹਾ ਹੋਏ ਮਹਾ ਆਨੰਦ ਬਿਸਲਾ ਬਿਲਾਸ। ਸੰਗਤ ਜੁਰੈ ਸਭ ਆਏ, ਦਰਸ਼ਨ ਪ੍ਰੀਤਮ ਪਾਏ। ਮਹਿਮਾ ਪ੍ਰਕਾਸ਼। ਕੀਰਤਨ ਸਮਾਪਤੀ ਦੇ ਮਗਰੋਂ ਨਾਮ ਦਾ ਉਪਦੇਸ਼ ਹੁੰਦਾ। ਕਾਮਨਾਵੰਤ ਬੇਨਤੀਆਂ ਕਰਦੇ ਤੇ ਵਰਦਾਨ ਪ੍ਰਾਪਤ ਕਰਦੇ। ਇਸ ਤਰ੍ਹਾਂ ਸਵਾ ਪਹਿਰ ਦਿਨ ਚੜ੍ਹੇ ਤੱਕ, ਕਦੇ ਦੁਪਹਿਰ ਤੱਕ ਜਗਤ ਉਧਾਰ ਹੁੰਦਾ। ਦੁਪਹਿਰ ਦੇ ਲਾਗ ਲੰਗਰ ਵਿੱਚ ਜਾਂਦੇ, ਸੰਗਤ ਦੇ ਨਾਲ ਮਿਲ ਕੇ ਪ੍ਰਸ਼ਾਦ ਛਕਦੇ। ਆਪ ਤਾਂ ਅਲੂਣਾ ਓਗਰਾ ਛਕਦੇ, ਪਰ ਸੰਗਤ ਲਈ ਸੁੰਦਰ ਆਹਾਰ ਤਿਆਰ ਹੁੰਦਾ। ਲੰਗਰ ਵਿੱਚ 4 ਵਰਣ ਦੇ ਸੱਜਣ ਵਰਣ ਆਸ਼ਰਮੀ ਭਿੰਨ ਭੇਦ ਛੱਡ ਕੇ ਇੱਕ ਸੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਦੇ। ਸਨੇ ਸਨੇ ਆਪ ਦੀ ਆਗਿਆ ਇਹ ਹੋ ਗਈ
ਕਿ ਜੋ ਕੋਈ ਦਰਸ਼ਨ ਨੂੰ ਆਵੇ ਲੰਗਰ ਵਿੱਚ ਪਹਿਲੋਂ ਪ੍ਰਸ਼ਾਦ ਛਕੇ, ਜੋ ਭਰਮ ਕਰੇ ਤੇ ਨਾ ਛਕੇ ਉਸ ਲਈ ਦਰਸ਼ਨ ਦੀ ਮਨਾਹੀ ਕਰ ਦਿੱਤੀ। ਫਿਰ ਤਿਆਗ ਬਿਰਤੀ ਐਸੀ ਧਾਰਨ ਕੀਤੀ ਕਿ ਜੋ ਕੁਛ ਲੰਗਰ ਲਈ ਆਵੇ ਰੋਜ਼ ਦੇ ਰੋਜ਼ ਤਿਆਰ ਹੋ ਜਾਵੇ, ਜੋ ਬਚੇ ਲੋੜਵੰਦਾਂ ਗਰੀਬਾਂ ਨੂੰ ਵੰਡ ਦਿੱਤਾ ਜਾਵੇ, ਦੂਜੇ ਦਿਨ ਲਈ ਕੁਝ ਨਾ ਰੱਖਿਆ ਜਾਵੇ। ਪ੍ਰਸਾਦ ਪਾ ਕੇ ਫੇਰ ਚੌਬਾਰੇ ਆ ਜਾਣ, ਜੈਸਾ ਕਿ ਲਿਖਿਆ ਹੈ, ਪੁੰਨ ਪਾਏ ਪ੍ਰਸਾਦ ਚੌਬਾਰੇ ਆਵੇ। ਮਹਿਮਾ ਪ੍ਰਕਾਸ਼। ਲੌਡੇ ਪੈਰ ਫੇਰ ਕਥਾ ਹੋਈ। ਸੰਝਾਂ ਵੇਲੇ ਫੇਰ ਸੋਦਰ ਦੀ ਚੌਕੀ ਹੋਵੇ ਤੇ ਭਜਨ ਕੀਰਤਨ ਜਾਰੀ ਰਹੇ। ਪੈਰ ਕੋ ਰਾਤ ਗਈ, ਕੀਰਤਨ ਸੋਲੇ ਮਗਰੋਂ ਆਪ ਜੀ ਆਰਾਮ ਕਰਦੇ। ਆਪ ਦੇ ਬਸਤਰਾਂ ਬਾਬਤ ਇਉਂ ਲਿਖਿਆ ਹੈ, ਧਾਰੈ ਸੋ ਬਸਤਰ ਸੋਏਤ, ਦੂਜੇ ਨਾ ਰੱਖੇ ਨਿਕੇਤ, ਪਹਿਰੇ ਜੋ ਫੇਰ ਨਵੀਨ, ਯਹ ਬਖਸ਼ ਸਿੱਖਨ ਕੀਨ। ਮਹਿਮਾ ਪ੍ਰਕਾਸ਼। ਅਰਥਾਤ ਚਿੱਟੇ ਕੱਪੜੇ ਪਹਿਨਦੇ, ਇੱਕ ਜੋੜਾ ਕੱਪੜਿਆਂ ਦਾ ਰੱਖਦੇ ਪਰ ਦੂਜਾ ਜੋੜਾ ਘਰ ਨਾ ਰੱਖਦੇ। ਜਦੋਂ ਫੇਰ ਨਵੇਂ ਪਹਿਨਦੇ ਤਾਂ ਪਹਿਲੇ ਸਿੱਖਾਂ ਨੂੰ ਬਖਸ਼ ਦਿੰਦੇ। ਗੱਲ ਕੀ ਆਪਣੇ ਲਈ ਸਭ ਤਰ੍ਹਾਂ ਤਿਆਗ ਬਿਰਤੀ ਧਾਰਨ ਕੀਤੀ ਤੇ ਸਿੱਖੀ ਦਾ ਪ੍ਰਚਾਰ ਜੋ ਦਾਤਾ ਗੁਰੂ ਜੀ ਹੁਕਮ ਦੇ ਗਏ ਸਨ ਉਹ ਬਹੁਤ ਹੀ ਸ਼ੁਰੂ ਕਰ ਦਿੱਤਾ। ਸਿੱਖੀ ਪ੍ਰਚਾਰ ਜਿਵੇਂ ਆਰੰਭ ਹੋਇਆ ਤੇ ਫੈਲਿਆ, ਕਵੀ ਸੰਤੋਖ ਸਿੰਘ ਜੀ ਉਸ ਬਾਬਤ ਇਉਂ ਲਿਖਦੇ ਹਨ, ਬਿਦਤ ਭਏ ਸਭ ਦੇਸ ਮਹਿ, ਸੁਨ ਸੁਨ ਸਿੱਖ ਆਵਹਿ, ਸ੍ਰੀ ਨਾਨਕ ਕੇ ਸਮੇਂ ਕੇ ਪਹੁੰਚੈ ਦਰਸਾਵੈ, ਸ੍ਰੀ ਅੰਗਦ ਮਹਿਮਾ ਲਖੈ, ਜੋ ਦਰਸ ਕਰਨ ਤੇ, ਸਭ ਆਵਹਿ ਸ੍ਰੀ ਅਮਰ ਟਿਗ, ਤਿਨ ਥਾਨ ਲਖਨ ਤੇ, ਤਰੈ ਕਾਮਨਾ ਉਰ ਬਿਖੈ, ਬਿਨ ਕਹੈ ਸੋ ਪਾਵੈ, ਜੋ ਅਰਪਤ ਹੈ ਆਨ ਕਰ, ਬਹੁ ਬਿਨੈ ਅਲਾਵੈ, ਏਕ ਦਿਵਸ ਕੇ ਖਰਚ ਕੋ लेवै तिन पासे, और हटाए जो देत तिन, नह रखै अवासे, बिद तै दिन प्रत अदकि, नित भगत प्रकाशे, अजमत जुत केतक भये, लह सिद्ध सो पासे, सेवै गुर पग कमल के, कर प्रीत विसाला, सिमरन होए सतनाम को, दिन रहन सुखाला, बसे पुरी में आन के, बहु कीन निकेता, केतक भई दुकान तै, बहु बंज समेता, सबन की गुजरान होए, थुर है नहीं कोई, बिना रोग सुख भोग जुत, बस बो तिन होई। सूरज प्रकाश। वाहिगुरु जी का खालसा, वाहिगुरु जी की फतेह। अगे साखी चौथी। सावण मल। ਗੁਰੂ ਸਾਹਿਬਾਂ ਦੇ ਸਮੇਂ ਸ਼ਾਹੀ ਸੜਕ ਗੋਂਦਵਾਲ ਤੋਂ ਲੰਘਦੀ ਸੀ। ਇੱਕ ਵੱਡਾ ਪੱਤਨ ਸੀ ਬਿਆਸਾ ਦਾ। ਜਦੋਂ ਗੁਰੂ ਜੀ ਦੀ ਕਿਰਪਾ ਨਾਲ ਇਹ ਨਗਰ ਮੁੜ ਉਸਰ ਪਿਆ ਤਾਂ ਗੁਰੂ ਜੀ ਦੇ ਇੱਥੇ ਹੋਣ ਕਰਕੇ ਰੌਣਕ ਹੋਰ ਵਧੀ। ਦੂਰੋਂ ਦੂਰੋਂ ਵਸੇਬਾ ਕਰਨੇ ਲਈ ਲੋਕ ਆਉਣ ਲੱਗ ਪਏ। ਗੁਰੂ ਜੀ ਦੇ ਪਰਿਵਾਰ ਦੇ ਬੰਦੇ ਵੀ ਆ ਗਏ ਸਨ। ਇੱਥੋਂ ਮਿੱਟੀ, ਇੱਟਾਂ, ਚੂਨਾ ਤਾਂ ਮਿਲਦਾ ਸੀ, ਪਰ ਸ਼ਤੀਰੀਆਂ, ਤਖਤੀਆਂ ਆਦਿਕ ਲਈ ਦਿਆਰ ਦੀ ਲੱਕੜੀ ਨਹੀਂ ਸੀ ਮਿਲਦੀ। ਸੋ ਇਸ ਲੱਕੜੀ ਦੀ ਲੋੜ ਬਹੁਤੀ ਸੀ ਤੇ ਇਸ ਪਰ ਖਰਚ ਵੀ ਚੋਖਾ ਹੁੰਦਾ ਸੀ। ਲੋਕੀ ਇਸ ਮੁਸ਼ਕਲ ਕਰਕੇ ਔਖੇ ਸਨ। ਇੱਕ ਦਿਨ ਦੀਵਾਨ ਲੱਗ ਰਿਹਾ ਸੀ ਤਾਂ ਸੰਗਤਾਂ ਦਰਸ਼ਨ ਕਰਨ ਆਈਆਂ ਕਿ ਸੰਗਤ ਵੱਲੋਂ ਬੱਲੂ ਨੇ ਅਰਦਾਸ ਕੀਤੀ ਕਿ 4 ਵਰਨਾਂ ਦੇ ਅਨੇਕਾਂ ਲੋਕੀ ਇੱਥੇ ਘਰ ਪਾ ਕੇ ਵਸਣ ਲਈ ਆਉਂਦੇ ਹਨ, ਪਰ ਲੱਕੜੀ ਦੀ ਕਿੱਲਤ ਕਰਕੇ ਘਬਰਾਉਂਦੇ ਹਨ। ਕੋਈ ਮਿਹਰ ਚਾ ਕਰੋ ਜੋ ਲੱਕੜੀ ਇੱਥੇ ਖੁੱਲੀ ਆ ਜਾਵੇ ਤੇ ਪੈਸਾ ਵੀ ਨਾ ਖਰਚਣਾ ਪਵੇ। ਇਹ ਸੁਣ ਕੇ ਸਤਿਗੁਰੂ ਜੀ ਨੇ ਆਪਣੇ ਭਤੀਜੇ ਸਾਵਣ ਮੱਲ ਨੂੰ ਸਦਵਾ ਘੱਲਿਆ। ਇਹ ਸੁਣ ਕੇ ਸਤਿਗੁਰੂ ਜੀ ਨੇ ਆਪਣੇ ਭਤੀਜੇ ਸਾਵਣ ਮੱਲ ਨੂੰ ਸਦਵਾ ਘੱਲਿਆ। ਜਦ ਉਹ ਆ ਗਿਆ ਤਾਂ ਸਾਹਮਣੇ ਹੱਥ ਜੋੜ ਖਲੋਤਾ ਤਾਂ ਬਚਨ ਕੀਤਾ, ਸੁਣ ਸਾਵਣ ਮੱਲ ਬੱਚਾ, ਜਿਨ੍ਹਾਂ ਪਹਾੜਾਂ ਵਿੱਚੋਂ ਬਿਆਸਾ ਆਉਂਦੀ ਹੈ,
ਉਹਨਾਂ ਵਿੱਚੋਂ ਇੱਕ ਹਰੀਪੁਰ ਨਾਮੇ ਰਿਆਸਤ ਹੈ, ਉੱਥੇ ਜਾਓ। ਉੱਥੋਂ ਜਾ ਕੇ ਸ਼ਤੀਰੀਆਂ ਆਦਿ ਲਈ ਲੱਕੜੀ ਲੈ ਕੇ ਬਿਆਸਾ ਦੇ ਰਸਤੇ ਯੋਗ ਪ੍ਰਬੰਧ ਕਰਕੇ ਇੱਥੇ ਘੱਲ ਦਿਓ। ਨਾਲ ਮੁਹਾਣੇ ਆਉਣ ਤੇ ਇੱਥੋਂ ਦੇ ਮੁਹਾਣੇ ਰਲ ਕੇ ਸੰਭਾਲ ਲੈਣਗੇ। ਸਾਵਣ ਮੱਲ ਨੇ ਹੁਕਮ ਸੁਣ ਕੇ ਬਿਨੈ ਕੀਤੀ ਕਿ ਜੀਓ, ਕੁਛ ਪਦਾਰਥ ਮਿਲ ਜਾਵੇ ਜੋ ਉਹਨਾਂ ਲੋਕਾਂ ਨੂੰ ਮੁੱਲ ਵਜੋਂ ਦੇ ਸਕਾਂ। ਤਾਂ ਗੁਰੂ ਜੀ ਨੇ ਕਿਹਾ, ਭਾਈ, ਪਦਾਰਥ ਸਾਡਾ ਵਾਹਿਗੁਰੂ ਹੈ, ਉਸ ਦੇ ਭਰੋਸੇ ਚਲਾ ਜਾ, ਉਹ ਕਰਨ ਕਾਰਨ ਕਾਰਜ ਸਾਰ ਦੇਵੇਗਾ। ਸਾਵਣ ਮੱਲ ਨੇ ਸਿਰ ਨਿਵਾ ਦਿੱਤਾ ਤੇ ਸਤ ਬਚਨ ਕਹਿ ਕੇ ਤਿਆਰੀ ਕਰਨ ਲਈ ਘਰ ਚਲਾ ਗਿਆ। ਅਗਲੇ ਦਿਨ ਜਦ ਸਾਵਣ ਮੱਲ ਵਿਦਾਇਗੀ ਲੈਣ ਆਇਆ ਤਾਂ ਸਾਵਣ ਮੱਲ ਦੀ ਮਾਂ ਵੀ ਨਾਲ ਆ ਹਾਜ਼ਰ ਹੋਈ ਤੇ ਬੋਲੀ, ਹੇ ਸੱਚੇ ਸਤਿਗੁਰ, ਪਹਾੜਾਂ ਵਿੱਚ ਜਾਦੂਗਰਨੀਆਂ ਤੇ ਡਾਕਣੀਆਂ ਰਹਿੰਦੀਆਂ ਸੁਣੀਦੀਆਂ ਹਨ ਜੋ ਕਲੇਜੇ ਕੱਢ ਲੈਂਦੀਆਂ ਹਨ। ਮੇਰੇ ਪੁੱਤਰ ਦੀ ਮੈਨੂੰ ਉੱਥੇ ਸਲਾਮਤੀ ਨਹੀਂ ਦਿਸਦੀ। ਇੱਕੋ ਮੇਰਾ ਪੁੱਤਰ ਹੈ, ਇਸ ਦੀ ਰੱਖਿਆ ਕਰੋ, ਕੋਈ ਬਲ ਬਖਸ਼ੋ, ਕੋਈ ਨਿਸ਼ਾਨੀ ਦਿਓ ਜਿਸ ਕਰ ਇਸ ਉੱਤੇ ਕਿਸੇ ਦਾ ਬਲ ਨਾ ਪਵੇ। ਗੁਰੂ ਜੀ ਸੁਣ ਕੇ ਮੁਸਕਰਾਏ ਤੇ ਹੱਥ ਦਾ ਰੁਮਾਲ ਸਾਵਣ ਮੱਲ ਨੂੰ ਦੇ ਕੇ ਬੋਲੇ, ਤੇਰੇ ਪੁੱਤਰ ਦਾ ਰਾਖਾ ਵਾਹਿਗੁਰੂ ਹੈ, ਜਿਸ ਦੇ ਹਿਰਦੇ ਉਸ ਦਾ ਨਾਮ ਵਸਾ ਦਿੱਤਾ ਹੈ, ਪਰ ਇਸ ਪਰ ਕਿਸ ਦਾ ਪ੍ਰਭਾਵ ਪੈਣਾ ਹੈ? ਇਸ ਦਾ ਪ੍ਰਭਾਵ ਸਭਨਾਂ ਉੱਪਰ ਪਏਗਾ। ਅਗਲੇ ਦਿਨ ਆਗਿਆ ਪਾ ਕੇ ਸਾਵਣ ਮੱਲ ਟੁਰ ਪਿਆ ਤੇ ਸਨੇ ਸਨੇ ਜਾ ਹਰੀਪੁਰ ਪਹੁੰਚਾ। ਸਤ ਕਰਤਾਰ ਕਰਦਾ ਨਗਰੀ ਵਿੱਚ ਜਾ ਵੜਿਆ। ਸ਼ਹਿਰ ਦੇ ਵਾਸੀ ਸੋਹਣੀ ਸੁਰਤ ਤੇ ਪ੍ਰਭਾਵਸ਼ਾਲੀ ਨੁਹਾਰ ਦੇਖ ਕੇ ਆ ਇਕੱਠੇ ਹੋਏ। ਸੁਖ ਸਾਂਦ ਪੁੱਛੀ ਤੇ ਆਪ ਦੇ ਮੁਖ ਤੋਂ ਬਚਨ ਸੁਣੇ। ਫਿਰ ਹੋਰ ਆਦਰ ਦਿੱਤੋ ਨੇ ਤੇ ਇੱਕ ਸੋਹਣੇ ਥਾਂ ਟਿਕਾਣਾ ਕਰਵਾ ਦਿੱਤਾ। ਅੰਨ ਪਾਣੀ ਦਾ ਪ੍ਰਬੰਧ ਵੀ ਉਹਨਾਂ ਨੇ ਹੀ ਕਰ ਦਿੱਤਾ। ਆਪ ਦਾ ਉਸ ਵੇਲੇ ਦਾ ਉਪਦੇਸ਼ ਸੁਣ ਕੇ ਜੋ ਲੋਕੀ ਘਰੇ ਗਏ, ਉਹਨਾਂ ਨੇ ਜਾ ਮਹਿਮਾ ਕੀਤੀ। ਅਗਲੇ ਦਿਨ ਆਪ ਦੇ ਡੇਰੇ ਬਹੁਤ ਲੋਕ ਆਏ ਤੇ ਆਪ ਦਾ ਕੀਰਤਨ ਤੇ ਉਪਦੇਸ਼ ਸੁਣ ਕੇ ਖੁਸ਼ੀ ਹੋਏ। ਸ਼ਹਿਰ ਵਿੱਚ ਧੁੰਮ ਗਈ ਕਿ ਗੁਰੂ ਨਾਨਕ ਦਾ ਇੱਕ ਕਰਨੀ ਵਾਲਾ ਮਹਾਤਮਾ ਆਇਆ ਹੈ। ਇਉਂ ਪਰਚਾ ਪੈ ਗਿਆ ਕਿ ਲੋਕੀ ਬਹੁਤੇ ਆਉਣ ਲੱਗ ਪਏ। ਉਪਦੇਸ਼ ਸੁਣ ਸੁਖੀ ਹੋਣ ਤੇ ਨਾਮ ਲੈਣ ਲੱਗ ਪਏ। ਅਜੇ ਕੁਛ ਦਿਨ ਹੀ ਹੋਏ ਸਨ ਕਿ ਇੱਕ ਦਿਨ 2-3 ਆਦਮੀ ਆਏ ਤੇ ਹੱਥ ਜੋੜ ਕੇ ਆਖਣ ਲੱਗੇ, ਹੇ ਗੁਰੂ ਨਾਨਕ ਦੇ ਤਾਰੇ, ਕੋਈ ਤੁਸੀਂ ਵੀ ਰੇਖ ਵਿੱਚ ਮਾਰੋ ਮੇਖ। ਸੁਣਿਆ ਸੀ ਕਿ ਗੁਰੂ ਨਾਨਕ ਦੇ ਵੱਸ ਵਿੱਚ ਸਭ ਗੁਪਤ ਸ੍ਰਿਸ਼ਟੀ ਰਹਿੰਦੀ ਸੀ। ਸਾਵਣ ਮੱਲ, ਕੀ ਹੋਇਆ ਹੈ? ਇੱਕ ਆਦਮੀ, ਰਾਜਾ ਦੇ ਪੁੱਤਰ ਨੂੰ ਡਾਇਣ ਨੇ ਗਰਸਿਆ ਹੈ, ਕਲੇਜਾ ਮੁੱਠ ਵਿੱਚ ਲਈ ਬੈਠਾ ਹੈ। ਬਸ ਅੱਜ ਮਰਿਆ ਕਿ ਕੱਲ 3 ਦਿਨ ਹੋ ਗਏ ਹਨ। ਰਾਜਾ ਰਾਣੀ ਸਭ ਦੁਖੀ ਹਨ। ਸਾਵਣ ਮੱਲ, ਰਾਜਾ ਕਿੱਥੇ ਹੈ? ਮਨੁੱਖ, ਇੱਥੋਂ ਥੋੜੀ ਦੂਰ ਇੱਕ ਰਿੜੀਏਪੁਰ ਰਾਜੇ ਦਾ ਬੰਗਲੂ ਏ, ਉੱਥੇ ਲਈ ਬੈਠੇ ਹਨ। ਕਈ ਧਾਗੇ ਤਵੀਤ ਖੇਡਾਂ ਹੋਏ, ਹਾਲ ਖੇਡੇ ਗਏ, ਕਲਮਾਂ ਪੜ੍ਹਾਈਆਂ, ਕੋਈ ਪੇਸ਼ ਨਾ ਗਈ। ਵੈਦ ਵੀ ਜ਼ੋਰ ਲਾ ਥੱਕਾ ਹੈ। ਆਪ ਗੁਰੂ ਕੇ ਹੋ ਚੱਲੇ, ਕੋਈ ਰੇਖ ਵਿੱਚ ਮੇਖ ਮਾਰੋ। ਸਾਵਣ ਮੱਲ ਜੀ ਸੁਣ ਕੇ ਉੱਠੇ ਤੇ ਮੁਖੋਂ ਕਿਸੇ ਮਿੱਠੀ ਸੁਰ ਵਿੱਚ ਕਿਹਾ, ਧੰਨ ਗੁਰੂ ਨਾਨਕ। ਹੁਣ ਆਪ ਜੀ ਸੱਦਣ ਆਇਆਂ ਦੇ ਨਾਲ ਟੁਰ ਪਏ। ਇਹਨਾਂ ਪੁਰਖਾਂ ਨੇ ਜ਼ਰਾ ਅੱਗੇ ਜਾ ਕੇ ਰਾਜੇ ਨੂੰ ਦੱਸਿਆ ਤਾਂ ਉਹ ਆਪ ਤੇ ਵਜ਼ੀਰ ਅੱਗੋਂ ਆ ਕੇ ਸਾਵਣ ਮੱਲ ਜੀ ਨੂੰ ਬੰਗਲੇ ਵਿੱਚ ਲੈ ਗਏ। ਸਾਵਣ ਮੱਲ ਜੀ ਨੇ ਬੱਚੇ ਵੱਲ ਗਹੁ ਨਾਲ ਡਿੱਠਾ, ਹੱਥ ਵਿੱਚ ਉਸ ਦਾ ਹੱਥ ਲਿੱਤਾ। ਫਿਰ ਸਿਰਹਾਣੇ ਦਾ ਉਹ ਬਹਿ ਗਏ ਤੇ ਸਿਰ ਤੇ ਹੱਥ ਫੇਰਨ ਲੱਗ ਗਏ। ਅੱਖਾਂ ਮੀਟ ਲਈਆਂ ਤੇ ਮੱਧਮ ਆਵਾਜ਼ ਆਵੇ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ। ਰਾਜਕੁਮਾਰ ਜੋ ਚਿਚਲਾ ਉੱਠਦਾ ਸੀ, ਥੋੜੀ ਦੇਰ ਵਿੱਚ ਸੌਂ ਗਿਆ। ਹੁਣ ਆਪ ਨੇ ਜੇਬ ਵਿੱਚੋਂ ਗੁਰੂ ਜੀ ਦਾ ਬਖਸ਼ਿਆ ਰੁਮਾਲ ਕੱਢਿਆ ਤੇ ਬੱਚੇ ਦੇ ਸਿਰ ਪਾ ਦਿੱਤਾ। ਪਹਿਲਾਂ ਤਾਂ ਰਾਜਾ ਰਾਣੀ ਘਾਬਰੇ ਕਿ ਬੱਚਾ ਅਖੀਰਲੇ ਦਮਾਂ ਤੇ ਸੀ, ਮਰ ਨਾ ਗਿਆ ਹੋਵੇ। ਪਰ ਵੈਦ ਜੀ ਨੇ ਅੱਗੇ ਹੋ ਕੇ ਨਾੜ ਵੇਖੀ
ਤੇ ਹੱਥ ਧਰ ਕੇ ਸਵਾਸ ਪਰਖੇ ਤਾਂ ਮਲਕੜੇ ਰਾਜੇ ਨੂੰ ਕਹਿਣ ਲੱਗਾ, ਬੱਚਾ ਸੁਖੀ ਹੋ ਗਿਆ ਹੈ, ਬਚ ਜਾਣੇ ਦੀ ਆਸ ਲੱਗ ਪਈ ਹੈ। 2 ਪੱਕੀਆਂ ਘੜੀਆਂ ਮਗਰੋਂ ਸਾਵਣ ਮੱਲ ਨੇ ਰੁਮਾਲ ਚਾਹ ਲਿਆ ਤੇ ਰਾਜਕੁਮਾਰ ਦੇ ਨੈਣ ਖੋਲ੍ਹੇ, ਜੋ ਵੈਦ ਨੇ ਦੇਖੇ ਤੇ ਰਾਜੇ ਨੂੰ ਵਧਾਈ ਦਿੱਤੀ। ਆਖਿਆ, ਰਾਜਾ, ਹੁਣ ਰਾਜਕੁਮਾਰ ਬਚ ਗਿਆ ਹੈ ਔਰ ਸ਼ਮਨ ਹੋ ਗਈ ਹੈ। ਸਾਵਣ ਮੱਲ ਜੀ ਹੁਣ ਵਿਦਾ ਹੋਣਾ ਚਾਹੁੰਦੇ ਸਨ, ਪਰ ਰਾਣੀ ਤੇ ਰਾਜਾ ਨੇ ਕਿਹਾ, ਅੱਜ ਦੀ ਰਾਤ ਸਾਡੇ ਕੋਲ ਰਹੋ, ਮਤੇ ਡਾਕਣੀ ਫੇਰ ਹੱਲਾ ਕਰ ਦੇਵੇ। ਸਾਵਣ ਮੱਲ ਜੀ ਮੁਸਕਰਾਏ ਤੇ ਬੋਲੇ, 7 ਬਚਨ। ਉਹ ਰਾਤ ਭਰ ਉੱਥੇ ਹੀ ਰਹੇ। ਬੱਚੇ ਦੇ ਸਾਰੇ ਲੱਛਣ ਠੀਕ ਹੋ ਚੁੱਕੇ ਸਨ। ਰਾਤ ਆਰਾਮ ਨਾਲ ਸੁੱਤਾ ਰਿਹਾ। ਸਵੇਰੇ ਚੁਫੇਰਿਓਂ ਵਧਾਈਆਂ ਮਿਲਣ ਲੱਗੀਆਂ। ਬੰਗਲੇ ਤੋਂ ਹੁਣ ਮਹਿਲਾਂ ਨੂੰ ਆਏ। ਸਾਵਣ ਮੱਲ ਨੂੰ ਪਾਲਕੀ ਤੇ ਚੜ੍ਹਾ ਕੇ ਬੜੇ ਆਦਰ ਨਾਲ ਮਹਿਲੀਂ ਲਿਆਏ। ਇੱਕ ਸੁੰਦਰ ਸਜੇ ਹੋਏ ਹਿੱਸੇ ਵਿੱਚ ਡੇਰਾ ਕਰਵਾਇਆ ਤੇ ਹਰ ਤਰ੍ਹਾਂ ਦੇ ਆਦਰ ਭਾਵ ਕੀਤੇ। ਇਸ ਤਰ੍ਹਾਂ ਸਾਵਣ ਮੱਲ ਦਾ ਪ੍ਰਤਾਪ ਬਹੁਤ ਵੱਧ ਗਿਆ। ਇੱਥੋਂ ਤਾਈਂ ਕਿ ਰਾਜਾ ਆਪ ਦੇ ਉਪਦੇਸ਼ ਨਾਲ ਗੁਰਮੰਤਰ ਦਾ ਧਾਰਨੀ ਹੋ ਗਿਆ। ਜੈਸੇ ਲਿਖਿਆ ਹੈ, ਕਿਤਕ ਦਿਵਸ ਮੈਂ ਨਿਰਪ ਸਿੱਖ ਹੋਇਓ, ਪੁਨ ਸਭ ਸਿੱਖੀ ਕੈ ਮਗਿਆਏ। ਵਾਹਿਗੁਰੂ ਸਿਮਰੈ ਸੁਖ ਪਾਵੈ, ਚਿਤ ਇੱਛਾ ਕਹਿ ਦੇਤ ਪੁਜਾਏ। ਸਾਵਣ ਮੱਲ ਦਾ ਐਸ਼ਵਰਜ ਬਣ ਗਿਆ। ਰਾਜਾ ਸਿੱਖ, ਪਰਜਾ ਸਿੱਖ, ਸਿੱਖੀ ਦਾ ਪ੍ਰਚਾਰ ਟੁਰ ਪਿਆ। ਆਪ ਜੀ ਉਪਦੇਸ਼ ਵੀ ਕਰਨ, ਪਰ ਆਪਣੀ ਬਣ ਰਹੀ ਪ੍ਰਭਤਾ ਦਾ ਸੁਖ ਵੀ ਮਾਣਨ। ਇੱਕ ਦਿਨ ਰਾਜਾ, ਜੋ ਗੁਰੂ ਜਸ ਸੁਣਦਾ ਸੁਖੀ ਹੁੰਦਾ ਸੀ, ਕੋਈ ਸੇਵਾ ਪੁੱਛੀ ਤਾਂ ਸਾਵਣ ਮੱਲ ਨੇ ਗੋਇੰਦਵਾਲ ਦੇ ਵਸਾਵਣ ਦਾ ਸਾਰਾ ਹਾਲ ਦੱਸਿਆ ਤੇ ਲੱਕੜੀ ਦੀ ਲੋੜ ਜਣਾਈ ਤੇ ਕਿਹਾ ਕਿ ਮੈਂ ਤਾਂ ਲੱਕੜੀ ਲੈਣ ਵਾਸਤੇ ਆਪ ਦੇ ਰਾਜ ਵਿੱਚ ਆਇਆ ਸੀ ਤੇ ਇਹ ਕਾਰਨ ਕਰਤਾਰ ਨੇ ਬਣਾ ਦਿੱਤੇ ਕਿ ਆਪ ਦੇ ਬੱਚੇ ਦਾ ਕਾਰਜ ਸਮਰ ਗਿਆ ਤੇ ਗੁਰਸਿੱਖੀ ਦਾ ਪ੍ਰਚਾਰ ਟੁਰ ਪਿਆ। ਰਾਜਾ ਨੇ ਕਿਹਾ, ਜਿਸ ਗੁਰੂ ਦੇ ਆਪ ਸਿੱਖ ਹੋ, ਉਹ ਤਾਂ ਰਾਮ ਦਾ ਸਰੂਪ ਸਮਝਣੇ ਚਾਹੀਏ। ਜਿਨ੍ਹਾਂ ਨੇ ਆਪ ਨੂੰ ਇੰਨੀ ਸ਼ਕਤੀ ਬਖਸ਼ੀ ਹੈ, ਉਹਨਾਂ ਦੀ ਲੋੜ ਪੂਰਨੀ ਤੇ ਸਾਡੇ ਪਰਮ ਪੁੰਨ ਜਾਗਣੇ ਹਨ। ਇਹ ਕਹਿ ਕੇ ਰਾਜਾ ਨੇ ਲੱਕੜੀ ਘੱਲਣੇ ਦੀ ਬੜੀ ਉਤਾਵਲ ਕੀਤੀ। ਜਿਤਨੀ ਸਾਵਣ ਮੱਲ ਨੇ ਆਖੀ, ਉਸ ਤੋਂ ਵੀ ਵਧੇਕ ਸ਼ਤੀਰੀਆਂ ਟੋਰ ਦਿੱਤੀਆਂ। ਨਾਲ ਤਾਰੂ ਗਏ ਤੇ ਲੱਕੜੀ ਗੋਂਦਵਾਲ ਪਹੁੰਚ ਗਈ। ਗੁਰੂ ਸਾਹਿਬਾਂ ਨੇ ਕਿਵੇਂ ਵੰਡ ਕੀਤੀ, ਕਵੀ ਜੀ ਇਉਂ ਲਿਖਦੇ ਹਨ। ਵੈਰ ਨਿਕਾਸੀ ਸਤਿਗੁਰ ਹੇਰੀ ਕਰੇ, ਆਪ ਹੋਏ ਦਈ ਵੰਡਾਏ। ਜਿਤਕ ਚਹਿਤ ਨਰ ਦਈ ਤਿਤਕ ਤਿਨ, ਲੈ ਸਭ ਗਏ ਆਪਣੀ ਥਾਏ। ਨਿਜ ਕੁਟੰਬ ਕੇ ਮਾਨ ਵਿਜੇਈ, ਵਿਪਰ ਬਿੰਦ ਕੋ ਬਾਂਟ ਸੋ ਦੀਨ। 22 ਜਾਤ ਜੋ ਖੱਤਰੀ ਕੁਲ ਕੀ, ਗੋਇੰਦਵਾਲ ਬਾਸ ਤਿਨ ਲੀਨ। ਸਰਬ ਜਾਤ ਸਿੱਖ ਸਦਨ ਕਰੇ ਤੈ, ਤ੍ਰਿਣ ਕਾਸ਼ਟ ਸੇ ਨਿਜ ਘਰ ਕੀਨ। ਵਸਨਹਾਰ ਪੁਨ ਅਪਰ ਜੇ ਮਾਨਵ, ਬਾਂਛਤ ਦੀਨਸ ਗੁਰੂ ਪਰਬੀਨ। ਸ੍ਰੀ ਗੁਰੂ ਅਮਰਦਾਸ ਜੀ ਹੋਏ ਠਾਂਡੇ, ਤਾਮਨ ਕੀ ਅਵਨੀ ਅਵਲੋਕ। ਜਥਾ जोग बांटी सबन से लेकर, मुदत पए सब लोक। आप आपने रचे सदन शुभ, जो गुरदई सो लीनी रोक। बड़े भाग जन पाल होते तब, बसे सदन में सदा अशोक। सूरज प्रकाश। राग पैरों महला तीजा, चौप दे घर पहला। एक ओंकार सतगुर प्रसाद, जात का गर्भ न करियो कोई। ब्रह्म बिंदे सो ब्राह्मण होई, जात का गर्भ न कर मूर्ख गवारा। इस गर्भ ते चलै बहुत विकारा रहाओ, चार वर्ण आखे सब कोई। ब्रह्म बिंद ते सब ओपत होई, माटी एक सगल संसारा। बहु बिद भांडे कड़े कुमारा, पंच तत्व मिल देही का आकारा। घट वध को करे विचारा, कहत नानक ए जियो कर्म बंद होई। बिन सतगुर भेटे मुक्त ना होई।
ਫਿਰ ਸਤਿਗੁਰੂ ਜੀ ਬੋਲੇ, ਪੰਡਤਾ ਸੱਚ ਦੱਸ, ਇੱਧਰ ਲੱਕੜੀ ਪਹੁੰਚੀ ਤੇ ਸਭ ਦੇ ਕਾਰਜ ਸੁਧਰ ਗਏ। ਉਧਰ ਸਾਵਣ ਮੱਲ ਜੀ ਹਰੀਪੁਰ ਰਿਆਸਤ ਵਿੱਚ ਸੁਖ ਮਾਣਦੇ ਰਹੇ। ਦਿਨੋਂ ਦਿਨ ਮਨ ਵਿੱਚ ਇਹ ਗੱਲ ਪੱਕੀ ਹੁੰਦੀ ਗਈ ਕਿ ਹੁਣ ਪ੍ਰਤਾਪ ਛੋੜ ਕੇ ਕਾਸ ਨੂੰ ਘਰ ਜਾਣਾ ਹੈ, ਇੱਥੇ ਹੀ ਟਿਕੇ ਰਹੀਏ। ਇਉਂ ਕਈ ਮਹੀਨੇ ਬੀਤ ਗਏ। ਇੱਕ ਦਿਨ ਸਤਿਗੁਰੂ ਜੀ ਦੇ ਮਨ ਵਿੱਚ ਆਈ ਕਿ ਮਾਇਆ ਬੜੀ ਚੰਚਲ ਹੈ, ਸਭ ਦੇ ਦੁਆਲੇ ਘੁੰਮਦੀ ਤੇ ਜਾਲ ਵਿਛਾਉਂਦੀ ਹੈ। ਸਾਵਣ ਮੱਲ ਵੀ ਸਿੱਧੀਆਂ ਦਿਖਾ ਕੇ ਐਸ਼ਵਰਜਵਾਨ ਹੋ ਗਿਆ ਤੇ ਘਾਲ ਇਸ ਦੀ ਥੋੜੀ ਹੈ, ਵੈਰਾਗ ਅਜੇ ਕੱਚਾ ਹੈ, ਮਾਇਆ ਵਿੱਚ ਫਸ ਕੇ ਮੁਕਤ ਮਾਰਗ ਤੋਂ ਘੁਸਣ ਲੱਗਾ ਹੈ। ਉਸ ਦੀ ਮਾਂ ਡਰਦੀ ਸੀ ਕਿ ਕੋਈ ਡੈਣ ਨਾ ਵਸ ਕਰ ਲਵੇ ਜਾਂ ਖਾ ਜਾਵੇ ਮੇਰੇ ਨੀਂਗਰ ਨੂੰ। ਉਹ ਗੱਲ ਇਉਂ ਸੱਚ ਹੋ ਗਈ ਕਿ ਮਾਇਆ ਡਾਇਣ ਨੇ ਵੇੜ ਲਿਆ ਬਰਖੁਰਦਾਰ ਨੂੰ। ਇਸ ਦੀ ਰੱਖਿਆ ਕਰਨੀ ਲੋੜੀਏ। ਸਿੱਧੀ ਪ੍ਰਾਪਤ ਹੋ ਜਾਣ ਤੇ ਮਨ ਹੰਕਾਰ ਵਿੱਚ ਚਲਾ ਜਾਂਦਾ ਹੈ ਤੇ ਫਿਰ ਐਸ਼ਵਰਜ ਵਿੱਚ ਫਸ ਜਾਂਦਾ ਹੈ। ਫਿਰ ਭਗਤੀ ਦਾ ਮਾਰਗ ਇਸ ਤੋਂ ਦੂਰ ਰਹਿ ਜਾਂਦਾ ਹੈ, ਜਿਸ ਦਾ ਪ੍ਰਯੋਜਨ ਕਿ ਕਲਿਆਣ ਤੇ ਲੈ ਜਾਣਾ ਸੀ। ਸੋ ਸਤਿਗੁਰੂ ਜੀ ਨੇ ਸਾਵਣ ਮੱਲ ਨੂੰ ਸਦਵਾ ਘੱਲਿਆ। ਸੱਦਾ ਪਹੁੰਚਣ ਤੇ ਸਾਵਣ ਮੱਲ ਨੂੰ ਗੁਰੂ ਪ੍ਰਤਾਪ ਦੀ ਮਹੱਤਤਾ ਦਾ ਝਲਕਾ ਵੱਜਾ, ਹੋਸ਼ ਆ ਗਈ ਤੇ ਮਨ ਦੇ ਲਾਲਚੀ ਹੋ ਜਾਣ ਤੇ ਲੱਜਾ ਵੀ ਆਈ। ਸੋ ਗੁਰੂ ਕਾ ਧਿਆਨ ਧਰ ਕੇ ਤਿਆਰੀ ਕਰ ਲਈ, ਪਰ ਨਾਲ ਹੀ ਇਹ ਗੱਲ ਵੀ ਫੁਰੀ ਕਿ ਰਾਜਾ ਨੂੰ ਵੀ ਗੁਰੂ ਕੀ ਸ਼ਰਨ ਲੈ ਚੱਲਾਂ, ਜੋ ਉਹ ਗੁਰੂ ਤੇ ਇਹ ਸਿੱਖ ਪਰਸਪਰ ਮਿਲ ਪੈਣ ਤੇ ਮੈਨੂੰ ਜੋ ਮਾਇਆ ਪਈ ਹੈ ਉਹ ਦੂਰ ਹੋ ਜਾਵੇ। ਮੈਂ ਤਾਂ ਦਾਸ ਹਾਂ ਗੁਰੂ ਕਾ ਤੇ ਦਾਸ ਬਣਿਆ ਰਹਾ। ਇਸ ਪ੍ਰਕਾਰ ਵਿਚਾਰ ਕੇ ਰਾਜੇ ਨੂੰ ਵੀ ਕਹਿ ਦਿੱਤਿਓਸ ਕਿ ਮੈਂ ਹੁਣ ਸਤਿਗੁਰ ਦੇ ਚਰਨਾਂ ਵਿੱਚ ਚੱਲਣਾ ਹੈ, ਆਪ ਵੀ ਚੱਲੋ ਤੇ ਦਰਸ਼ਨ ਕਰਕੇ ਕਿਰਤ ਹੋਵੋ। ਮਾਲਕ ਉਹ ਹਨ, ਮੈਂ ਤਾਂ ਦਾਸ ਹਾਂ ਤੇ ਇੱਕ ਸੇਵਾ ਲਈ ਆਇਆ ਸਾਂ ਜੋ ਗੁਰੂ ਨੇ ਆਪ ਸਿਰੇ ਚੜਵਾ ਲਈ ਹੈ। ਇਹ ਗੱਲ ਸੁਣ ਕੇ ਰਾਣੀਆਂ ਤੇ ਟਿੱਕੇ ਸਮੇਤ ਤਿਆਰ ਹੋ ਪਿਆ। ਚੰਗੇ ਰਾਜਸੀ ਠਾਠ ਵਿੱਚ ਸਫ਼ਰ ਦੀ ਤਿਆਰੀ ਹੋਈ ਤੇ ਸਨੇ ਸਫ਼ਰ ਕਰਦੇ ਗੋਇੰਦਵਾਲ ਆ ਪਹੁੰਚੇ। ਰਾਜੇ ਦਾ ਸੋਹਣੇ ਥਾਂ ਡੇਰਾ ਕਰਵਾ ਕੇ ਆਪ ਸਾਵਣ ਮੱਲ ਗੁਰੂ ਕੇ ਹਜ਼ੂਰ ਹਾਜ਼ਰ ਹੋਇਆ। ਕੁਝ ਸ਼ਰਮਾਕਲ ਜਿਹੇ ਰੰਗ ਵਿੱਚ ਮੱਥਾ ਟੇਕ ਕੇ ਬੈਠ ਗਿਆ ਤੇ ਮੂੰਹ ਤੋਂ ਸੰਕੁਚਦੇ ਪਦ ਨਿਕਲਿਆ, ਤਰਾਹਿਮਾ। ਸਤਿਗੁਰੂ ਜੀ ਮੁਸਕਰਾਏ ਤੇ ਬੋਲੇ, ਦੇਖ ਬੇਟਾ, ਸਾਡਾ ਮਾਰਗ ਵਿਸਮਾਦ ਰੰਗ ਹੈ, ਇਸ ਦਾ ਫਲ ਹੈ ਕਲਿਆਣ। ਹੋਰ ਲੋਕ ਵਿਭੂਤੀਆਂ ਪ੍ਰਾਪਤ ਕਰਦੇ ਹਨ, ਰਿੱਧੀਆਂ ਸਿੱਧੀਆਂ ਵਿੱਚ ਫਸ ਜਾਂਦੇ ਹਨ। ਰਿੱਧ ਸਿੱਧ ਅਵਰਾ ਸਾਧ। ਗੁਰੂ ਬਾਬੇ ਨੇ ਫਰਮਾਇਆ ਹੈ, ਰਿੱਧੀਆਂ ਸਿੱਧੀਆਂ ਦਾ ਜੋ ਸਵਾਦ ਹੈ ਉਹ ਅਵਰਾ ਸਾਧ ਹੈ, ਹਨੇਰੇ ਵਿੱਚ ਰੱਖਦਾ ਹੈ, ਪਰ ਬ੍ਰਹਮ ਦੇ ਦਰਸ਼ਨ ਨਹੀਂ ਹੋਣ ਦਿੰਦਾ, ਕਿਉਂਕਿ ਇਹ ਅਨਾਤਮ ਰਸ ਹੈ। ਸਭ ਤੋਂ ਉੱਚੀ ਵਸਤੂ ਨਾਮ ਹੈ, ਜੋ ਨਾਮੀ ਵਿੱਚ ਲੈ ਜਾਂਦੀ ਹੈ। ਰਿੱਧੀਆਂ ਸਿੱਧੀਆਂ ਚਾਹੋ ਨਾਮੀ ਪੁਰਖ ਨੂੰ ਪ੍ਰਾਪਤ ਹੋ ਜਾਣ, ਉਹ ਉਹਨਾਂ ਤੋਂ ਆਪ ਨੂੰ ਉੱਚਾ ਰੱਖਦਾ ਹੈ। ਨਾਮ ਵਿੱਚ ਉੱਚਾ ਹੋ, ਨਾਮ ਦੀ ਲਿਵ ਵਿੱਚ ਲੱਗਾ ਰਹੋ, ਘਾਲ ਵਿੱਚ ਢਿੱਲਾ ਨਾ ਹੋ, ਅੰਤਰ ਵੈਰਾਗ ਰੱਖ ਸਭ ਪ੍ਰਾਪਤੀਆਂ ਨਾਲ, ਪ੍ਰੇਮ ਰੱਖ ਵਾਹ ਵਾਹ ਦਾਤੇ ਨਾਲ, ਕਰਾਮਾਤਾਂ ਵਿੱਚ ਨਾ ਫਸ, ਸਿਫਤ ਸਲਾਹ ਦੇ ਰਸਤੇ ਵਿਸਮਾਦੀ ਰੰਗ ਮਾਣ। ਭੇਜਣਾ ਤੈਨੂੰ ਹੁਣ ਵੀ ਹਰੀਪੁਰ ਹੈ, ਉੱਥੇ ਸਿੱਖੀ ਦਾ ਪ੍ਰਚਾਰ ਕਰ, ਤੇਰੀ ਵੀ ਕਲਿਆਣ ਹੋਵੇ ਤੇ ਲੋਕਾਂ ਦੀ ਵੀ, ਪਰ ਸਾਈਂ ਪ੍ਰੇਮ ਵਿੱਚ ਜਿਉਣਾ ਹੈ, ਹੋਰ ਕਿਸੇ ਦੇ ਲੋਭ ਵਿੱਚ ਨਹੀਂ ਫਸਣਾ। ਸਾਵਣ ਮੱਲ ਸਮਝ ਗਿਆ ਕਿ ਮੈਂ ਨਾ ਕੇਵਲ ਬਖਸ਼ਿਆ ਗਿਆ ਹਾਂ, ਸਗੋਂ ਹੋਰਾਂ ਵਰਾਂ ਨਾਲ ਸੁਭਾਗ ਹੋ ਗਿਆ ਹਾਂ। ਗੁਰੂ ਜੀ ਕੈਸੇ ਕੋਮਲ ਭਾਵਾਂ ਵਾਲੇ ਹਨ ਕਿ ਦੰਡਣ ਦੀ ਥਾਂ ਹੋਰ ਉੱਚਾ ਕਰਦੇ ਤੇ ਤਾਰਦੇ ਹਨ। ਫਿਰ ਸਾਵਣ ਮੱਲ ਨੇ ਰਾਜਾ ਵੱਲੋਂ ਬੇਨਤੀ ਕੀਤੀ ਕਿ ਰਾਜਾ ਰਣਵਾਸ ਸਣੇ ਦਰਸ਼ਨ ਕਰਨਾ ਚਾਹੁੰਦਾ ਹੈ। ਸਾਹਿਬਾਂ ਨੇ ਕਿਹਾ, ਲੰਗਰ ਦਾ ਭੋਜਨ ਉਸ ਨੂੰ ਛਕਾਓ, ਛਕੇ ਤੇ ਮਤ ਸੁੱਧ ਹੋਵੇ, ਦਰਸ਼ਨ ਨੂੰ ਦੀਵਾਨ ਵਿੱਚ ਆਵੇ ਤੇ ਸੁੱਖਾਂ ਨਾਲ ਆਵੇ।
ਰਣਵਾਸ ਵੀ ਬੇਸ਼ੱਕ ਨਾਲ ਆਵੇ, ਪਰ ਉਹਨਾਂ ਦਾ ਲਿਬਾਸ ਸਾਦਾ ਹੋਵੇ ਤੇ ਘੁੰਡ ਪਰਦਾ ਕਿਸੇ ਨੂੰ ਨਾ ਹੋਵੇ। ਸਤਸੰਗ ਵਿੱਚ ਸਹਿਜ ਸੁਭਾਅ ਆਉਣਾ ਚਾਹੀਦਾ ਹੈ। ਅਗਲੇ ਦਿਨ ਦਰਬਾਰ ਵਿੱਚ ਰਾਜਾ, ਰਾਣੀਆਂ ਤੇ ਹੋਰ ਅਹਿਲਕਾਰ ਜੋ ਨਾਲ ਆਏ ਸਨ ਹਾਜ਼ਰ ਹੋਏ। ਬੜੇ ਅਦਬ ਤੇ ਭਾਵਨਾ ਨਾਲ ਦਰਸ਼ਨ ਕੀਤੇ, ਉਪਦੇਸ਼ ਸੁਣੇ ਤੇ ਕਿਰਤ ਹੋ ਕੇ ਆਪਣੇ ਡੇਰੇ ਗਏ। ਰਣਵਾਸ ਵਿੱਚੋਂ ਇੱਕ ਰਾਣੀ ਨੇ ਦਰਬਾਰ ਵਿੱਚ ਵੜਦਿਆਂ ਹੀ ਘੁੰਡ ਕੱਢ ਲਿਆ ਸੀ। ਉਹ ਬਾਹਰ ਨਿਕਲਦੇ ਹੀ ਝੱਲੀ ਹੋ ਕੇ ਵਨ ਨੂੰ ਭੱਜ ਪਈ। ਕੁਝ ਦਿਨ ਆਨੰਦ ਲੈ ਕੇ ਰਾਜਾ ਦੇਸ਼ ਨੂੰ ਟੁਰ ਪਿਆ। ਸਾਵਣ ਮੱਲ ਨੂੰ ਗੁਰੂ ਜੀ ਨੇ ਪਹਿਲੀ ਮੰਜੀ ਬਖਸ਼ੀ। ਹਰੀਪੁਰ ਵਿੱਚ ਰਹਿ ਕੇ ਨਾਮ ਪ੍ਰਚਾਰ ਕਰਨੇ ਦੀ ਆਗਿਆ ਕੀਤੀ। ਗੁਰੂ ਜੀ ਨੇ ਆਪਣੇ ਸਮੇਂ 22 ਮੰਜੀਆਂ ਸਥਾਪਨ ਕੀਤੀਆਂ ਸਨ। ਇਹ ਪਹਿਲੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਪੰਜਵੀਂ। ਇੱਕ ਪਾਂਡਾ ਬਰਤ। ਗੋਇੰਦਵਾਲ ਗੁਰੂ ਨਾਨਕ ਦੀ ਜੋਤ ਉਵੇਂ ਕੰਮ ਕਰ ਰਹੀ ਹੈ ਜਿਵੇਂ ਕਰਤਾਰਪੁਰ ਤੇ ਖਡੂਰ ਕਰਦੀ ਹੁੰਦੀ ਸੀ। ਇੱਕ ਦਿਨ ਸਾਹਿਬ ਦਿਨ ਢਲੇ ਤੱਕ ਬਿਆਸਾ ਨਦੀ ਦੇ ਕਿਨਾਰੇ ਬੈਠੇ ਰਹੇ। ਛੰਨ ਉਵੇਂ ਛਾਈ ਖੜੀ ਸੀ ਤੇ ਕਦੇ ਕਦੇ ਇੱਥੇ ਗੁਰੂ ਜੀ ਬੈਠਦੇ ਸਨ। ਸੂਰਜ ਅਸਤੇ ਆਪ ਨਗਰੀ ਨੂੰ ਮੁੜੇ। 2-3 ਸਿੱਖ ਨਾਲ ਸਨ। ਇੱਕ ਥਾਂ ਜ਼ਰਾ ਖੜੇ ਹੋਏ ਸਨ। ਇੱਕ ਗੰਗਾ ਦਾ ਪਾਂਡਾ ਹੱਥ ਜੋੜ ਕੇ ਸਾਹਮਣੇ ਖੜੋ ਗਿਆ। ਹੇ ਗੁਰੂ, ਹੇ ਜਗਤ ਗੁਰੂ, ਆਗਿਆ ਭੰਗ ਦਾ ਦੋਖ ਮਾਫ। ਮੈਂ ਲੰਗਰ ਤੋਂ ਅੰਨ ਖਾਧੇ ਬਿਨਾਂ ਦਰਸ਼ਨ ਕਰ ਲਏ ਹਨ, ਪਰ ਖਿਮਾ ਦੇ ਸਾਗਰ, ਅੱਜ ਇਕਾਦਸ਼ੀ ਨੂੰ ਮੈਂ ਵਰਤ ਧਾਰੀ ਹਾਂ। ਅੰਨ ਪਾਵਾਂ ਤਾਂ ਆਪਣੇ ਧਰਮ ਤੋਂ ਡਿੱਗਦਾ ਹਾਂ। ਕੱਲ ਦੁਆਦਸ਼ੀ ਹੈ, ਪਰ ਉਗਮ ਦੀ ਤਿਥ ਨਹੀਂ। ਮੇਰਾ ਵਰਤ ਕੱਲ ਵੀ ਉਪਾਰਨ ਨਹੀਂ ਹੋਣਾ। ਪਰਸੋਂ ਮੈਂ ਟੁਰਨਾ ਹੈ, ਸੋ ਅੱਜ ਹੀ ਦਰਸ਼ਨ ਕਰਨ ਦੀ ਢੀਠਤਾ ਕਰ ਲਈ ਹੈ, ਖਿਮਾ ਕਰਨੀ। ਸਤਿਗੁਰ ਹੱਸ ਪਏ ਤੇ ਬੋਲੇ, ਪੰਡਿਆਂ ਵਾਲੀ ਚਤਰਾਈ ਵਰਤ ਲਈ ਨੇ, ਚੰਗਾ ਦਰਸ਼ਨ ਮੇਲੇ ਹੋ ਗਏ, ਕੋਈ ਕੰਮ? ਪਾਂਡਾ, ਬਸ ਇਹੋ ਬੇਨਤੀ ਹੈ ਗੁਰੂ ਸਾਹਿਬ ਕਿ ਵਰਣ ਸ਼੍ਰਮੀ ਮਰਿਆਦਾ ਕਾਸ ਨੂੰ ਭੰਗ ਹੋ ਰਹੀ ਹੈ। ਆਪ ਦੇ ਦੁਆਰੇ ਜੋ ਧਰਮ ਦੇ ਰੱਖਿਅਕ ਹੋ। ਗੁਰੂ ਜੀ ਦੇਖ ਪਾਈ, ਇੱਕ ਬ੍ਰਹਮ ਹੈ, ਉਹ ਮੂਲ ਹੈ ਜਗਤ ਦਾ। ਉਸ ਦੇ ਅਸਲੇ ਤੋਂ ਸਾਰੀ ਉਤਪਤੀ ਹੁੰਦੀ ਹੈ। ਜੋ ਸਾਰੇ ਜੀਵ ਇੱਕ ਪਿਤਾ ਬ੍ਰਹਮ ਤੋਂ ਉਪਜਣ ਕਰਕੇ ਇੱਕੋ ਜਿਹੇ ਹਨ। ਇਹ ਤਾਂ ਮਨੁੱਖ ਦੇ ਅੰਦਰਲੇ ਦੀ ਜੀਵਨ ਹਿੱਸੇ ਦੀ ਏਕਤਾ ਹੈ, ਜਿਸ ਵਿੱਚ ਕੋਈ ਫਰਕ ਨਹੀਂ। ਫਿਰ ਦੇਹ ਹੈ ਜੋ ਤੱਤਾਂ ਤੋਂ ਬਣੀ ਹੈ। ਕਿਸੇ ਦੀ ਦੇਹੀ ਵਿਲੱਖਣ ਤੱਤਾਂ ਤੋਂ ਨਹੀਂ ਬਣੀ, ਇੱਕੋ ਹੀ ਤੱਤ ਦੇਹ ਦਾ ਕਾਰਨ ਹਨ। ਇੱਥੇ ਵੀ ਤੁਲਤਾ ਹੋਈ, ਘੱਟ ਵੱਧ ਕੁਛ ਨਾ ਲੱਭਾ। ਜਿਵੇਂ ਘੁਮਿਆਰ ਭਾਂਡੇ ਕੱਢਦਾ ਹੈ, ਉਹ ਇੱਕੋ ਮਿੱਟੀ ਤੋਂ ਕੱਢਦਾ ਹੈ। ਸੋ ਫਰਕ ਜੇ ਕਿਤੇ ਹੈ ਤਾਂ ਦੱਸੋ, ਜਾਤ ਦਾ ਭਿੰਨ ਭੇਦ ਮੂਲ ਵਿੱਚੋਂ ਸਮਝੀਏ। ਪਾਂਡਾ, ਸਤਿਗੁਰੂ ਜੀਓ, ਕੀ ਫੇਰ ਜਗਤ ਜੀਵਾਂ ਵਿੱਚ ਫਰਕ ਕੋਈ ਨਹੀਂ ਹੈ? ਗੁਰੂ ਜੀ ਹੈ, ਉਹ ਹੈ ਕਰਮਾਂ ਦਾ ਫਰਕ। ਇਹ ਜੀਵ ਕਰਮ ਕਰਕੇ ਆਪ ਨੂੰ ਉੱਚਾ ਨੀਵਾਂ ਕਰਦਾ ਹੈ। ਕਰਮਾਂ ਤੋਂ ਸੁਭਾਵ ਬਣਦੇ ਹਨ। ਕਰਮ ਕਰਕੇ ਹੀ ਜੀਵ ਬੰਧਾਇਮਾਨ ਹੁੰਦਾ ਹੈ। ਕਰਮ ਤੋਂ ਛੁਟਕਾਰਾ ਸਤਿਗੁਰੂ ਦੁਆਰਾ ਹੁੰਦਾ ਹੈ। ਜਾਤੀ ਭੇਦ ਨਾਲ ਛੁਟਕਾਰਾ ਨਹੀਂ ਹੁੰਦਾ। ਤੂੰ ਵੀ ਇਹ ਫਰਕ ਛੋੜ ਦੇ। ਜਾਤ ਦਾ ਫਰਕ ਗਰਭ ਵਿੱਚ ਲੈ ਜਾਂਦਾ ਹੈ ਉੱਚ ਜਾਤੀਆਂ ਨੂੰ, ਤੇ ਨੀਵੇਂ ਕਰ ਦਿੰਦਾ ਹੈ ਨੀਵੀਆਂ ਜਾਤੀਆਂ ਦੇ ਮਨਾਂ ਨੂੰ। ਜਨਮ ਕਰਕੇ ਤੂੰ ਬ੍ਰਾਹਮਣ ਹੈ, ਪਰ ਇਹ ਜਨਮ ਮਾਤਰ ਦਾ ਬ੍ਰਹਮਪੁਣਾ ਤੈਨੂੰ ਮੋਖ ਪ੍ਰਦਾਤਾ ਨਹੀਂ ਹੋਣ ਲੱਗਾ। ਮੁਕਤੀ ਪਦਾਰਥ ਬ੍ਰਾਹਮਣ, ਹਾਂ ਅਸਲੀ ਬ੍ਰਾਹਮਣ ਤੂੰ ਤਦ ਹੀ ਹੈ ਜਦ ਤੂੰ ਬ੍ਰਹਮ ਨੂੰ ਪਛਾਣ ਲਵੇਂ। ਬ੍ਰਹਮ ਗਿਆਨ ਪਾਏ ਬਿਨਾਂ ਕੋਈ ਬ੍ਰਾਹਮਣ ਨਹੀਂ, ਚਾਹੋ ਜਨਮ ਕਰਕੇ ਕਿਸ ਜਾਤ ਦਾ ਹੋਵੇ। ਇਹ ਉਪਦੇਸ਼ ਸਤਿਗੁਰੂ ਨੇ ਇੱਕ ਸ਼ਬਦ ਵਿੱਚ ਵੀ ਉਚਾਰਨ ਕੀਤਾ ਹੈ, ਜੋ ਇਉਂ ਹੈ। ਰਾਗ ਭੈਰੋ ਮਹਲਾ ਤੀਜਾ, ਚੌਪ ਦੇ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਜਾਤ ਕਾ ਗਰਭ ਨ ਕਰਿਓ ਕੋਈ। ਬ੍ਰਹਮ ਮਿੰਦੇ ਸੋ ਬ੍ਰਾਹਮਣ ਹੋਈ,
जात का गर्भ न कर मूर्ख गवारा, इस गर्भ ते चल है बहुत विकारा रहाओ। चारे वर्ण आखै सब कोई, ब्रह्म बिंद ते सब ओपत होई। माटी एक सगल संसारा, बहु विध भांडे घड़े कुमारा। पंच तत्त मिल देही का आकारा, घट वध को करै विचारा। कहत नानक यह जियो कर्म बंद होई, बिन सतगुर भेटे मुक्त ना होई। फिर सतगुरु जी बोले, पंडिता सच दस, तू ब्रह्म नूं बिंदिया है? पांडा चुप हो गया, सोची पै गया। आखण लगा, सच पछांदे हो? सच बड़ा कठिन है। सच ਇਹ है कि ब्रह्म ज्ञान पढ़िया हाँ, पर ब्रह्म पछाणिया नहीं। तुसां सच कहा है। शास्त्रां विच भी लिखिया है, ब्रह्म जानने करके ब्राह्मण हुंदा है। ब्रह्म विच ब्रह्म एक भवती, ब्रह्म विच ब्रह्म इव भवती। पर चुप रहा। कुछ चिर पांडा फिर बोलिया, एक होर प्रार्थना कर लवां। सतगुरु मुस्कुराए ते बोले, कहो पंडित जी। पांडा, ये जो परमात्मा की प्राप्ति है, बरत इस विच सहाई वस्तु है। आपने ये भी नहीं जारी रखे। देखो, अज एकादशी है, विष्णु का दिन है। अज का बरत कीता बड़े पुण्य फल वाला है। कल द्वादशी है, ये 52 अवतार का दिन है। 9वीं दी तिथ देवी का दिन है। 10वीं तिथि दिगपालों का दिन है। महाराज ताड़ी मार के हसे ते उस वेले उचार होया, महला तीजा। 9वीं नेम सच जे करै, काम क्रोध तृष्णा उचरै। 10वीं दसै द्वार जे ठाकै, एकादशी एक कर जाणै। द्वादशी पंच वसगत कर राखै, तो नानक मन मानै। ऐसा वर्त रही जय पांडै, होर बहुत सिख क्या दीजै। सारंग की वार महला तीजा। पांडा, मैं नहीं समझिया सतगुरु जी, इस देश की भाषा की मैनू ज्ञात घट है। गुरु जी, देख पई तू 4 तिथां गिणियां हन। साडा विचार यह है कि जे कोई 9वीं दी तिथ नूं ਵਰਤ ਰੱਖਣਾ ਚਾਹੇ ਤਾਂ ਸੱਚ ਦਾ ਨੇਮ ਧਾਰਨ ਕਰੇ। ਇਸ ਦਾ ਫਲ ਕੀ ਹੋਵੇਗਾ ਕਿ ਉਸ ਦਾ ਕਾਮ ਕ੍ਰੋਧ ਤੇ ਤ੍ਰਿਸ਼ਨਾ ਦੂਰ ਹੋ ਜਾਣਗੇ। 10ਵੀਂ ਨੂੰ ਇਹ ਵਰਤ ਧਾਰਨ ਕਰੇ ਕਿ ਕਰਮ ਤੇ ਗਿਆਨ ਦੇ ਦੱਸੇ ਇੰਦਰੇ ਰੋਕ ਰੱਖੇ, ਉਸ ਤੇ ਪਹਿਰਾ ਦੇਵੇ, ਵਿਸ਼ਿਆਂ ਵੱਲ ਉਹਨਾਂ ਦੀ ਧਾਵਨਾ ਨੂੰ ਰੋਕੇ। ਇਕਾਦਸ਼ੀ ਦਾ ਵਰਤ ਇਹ ਧਾਰਨ ਕਰੇ ਕਿ ਇੱਕ ਪਰਮਾਤਮ ਦੇਵ ਨੂੰ ਇੱਕ ਕਰਕੇ ਸਿਆਣ ਲਵੇ। द्वादशी ਨੂੰ ਇਉਂ ਧਾਰਨਾ ਧਾਰੇ ਕਿ ਪੰਜ ਵਿਕਾਰਾਂ ਤੋਂ ਆਪ ਨੂੰ ਬਚਾਵੇ, ਇਹਨਾਂ ਨੂੰ ਆਪਣੇ ਵਸ ਵਿੱਚ ਰੱਖੇ। ਜੇ द्वादशी ਨੂੰ ਵਰਤ ਉਪਾਰਨ ਦਾ ਦਿਨ ਸਮਝੇ ਤਾਂ ਵੀ ਪੰਜ ਵਿਕਾਰਾਂ ਦੀ ਰੋਕ ਥਾਮ ਨੂੰ ਵਰਤ ਉਪਾਰਨਾ ਸਮਝੇ, ਕਿਉਂਕਿ ਐਸਾ ਕਰਨੇ ਨਾਲ ਆਤਮ ਵਸਤੂ ਪ੍ਰਾਪਤ ਹੁੰਦੀ ਹੈ। ਐਸੇ ਵਰਤਾਂ ਦਾ ਫਲ ਮਨ ਦੀ ਪਤੀਜਨਾ ਹੋਵੇਗਾ, ਮਨ ਅਨੁਭਵ ਦੇ ਘਰ ਜਾਏਗਾ। हे ਪਾਂਡੇ, ਜੇ ਇਹੋ ਜਿਹਾ ਵਰਤ ਰੱਖੇਗਾ ਤਾਂ ਵਰਤ ਹੈ, ਹੋਰ ਬਹੁਤੀਆਂ ਸਿੱਖਾਂ ਕੀ ਦੱਸੀਏ। ਇਹ ਕਹਿ ਕੇ ਸਤਿਗੁਰੂ ਜੀ ਤੁਰ ਪਏ। ਨਾਲ ਦੇ ਸਿੱਖ ਵੀ ਤੁਰ ਪਏ। ਪਾਂਡਾ ਵੀ ਨਾਲ ਨਾਲ ਹੋ ਗਿਆ। ਡੂੰਘੀ ਵਿਚਾਰ ਵਿੱਚ ਜਾ ਰਿਹਾ ਸੀ ਕਿ ਘਰ ਆ ਗਿਆ। ਸਤਿਗੁਰੂ ਜੀ ਅੰਦਰ ਵੜਨ ਲੱਗੇ ਤਾਂ ਪਾਂਡੇ ਨੇ ਸੀਸ ਨਿਵਾ ਕੇ ਕਿਹਾ, ਜੇ ਆਗਿਆ ਹੋਵੇ ਤਾਂ ਕੋਈ ਕੱਚੀ ਘੜੀ ਚਰਨਾਂ ਵਿੱਚ ਬੈਠ ਲਵਾਂ। ਸਤਿਗੁਰੂ ਜੀ ਨੇ ਉਸ ਦੀ ਭਾਵਨਾ ਦੇਖ ਕੇ ਕਿਹਾ, ਭਲੀ ਗੱਲ ਪੰਡਤ ਜੀ। ਇਹ ਕਹਿ ਕੇ ਅੰਦਰ ਲੰਘੇ। ਵਿਹੜੇ ਵਿੱਚ ਇੱਕ ਮੰਜੀ ਡੱਠੀ ਹੋਈ ਤੇ ਉੱਪਰ ਚਾਦਰ ਵਿਛੀ ਹੋਈ ਸੀ। ਸਤਿਗੁਰੂ ਜੀ ਉਸ ਪਰ ਬੈਠ ਗਏ। ਸਿੱਖਾਂ ਨੇ 1-2 ਫੋੜੀਆਂ ਵਿਛਾ ਦਿੱਤੀਆਂ ਤੇ ਪੰਡਤ ਜੀ ਤੇ ਸਿੱਖ ਉਹਨਾਂ ਪਰ ਬੈਠ ਗਏ। ਪੰਡਤ, ਆਪ ਨੇ ਫਰਮਾਇਆ ਸੀ ਕਿ ਬ੍ਰਹਮ ਨੂੰ ਜਾਣਨੇ ਕਰ ਬ੍ਰਾਹਮਣ ਹੁੰਦਾ ਹੈ। ਬ੍ਰਹਮ ਨੂੰ ਕਿਉਂ ਨਹੀਂ ਜਾਣਿਆ ਜਾਂਦਾ, ਜੋ ਸਭ ਦਾ ਮੂਲ ਹੈ ਤੇ ਨੇੜੇ ਤੋਂ ਨੇੜੇ ਹੈ। ਸਤਿਗੁਰੂ ਜੀ ਬੋਲੇ, ਸਭ ਕੋਈ ਸੁੱਤਾ ਪਿਆ ਹੈ। ਇਹ ਨੀਂਦ ਸਰੀਰ ਦੀ ਰੋਜ਼ ਵਾਲੀ ਨੀਂਦ ਨਹੀਂ,
ਇਹ ਨੀਂਦ ਮਾਇਆ ਦੇ ਮਦ ਦੀ ਹੈ। ਇਸ ਨੀਂਦ ਤੋਂ ਜੋ ਜਾਗਦਾ ਰਹੇਗਾ ਤਾਂ ਉਹ ਚਾਹੋ ਕੋਈ ਹੋਵੇ, ਕਿਸੇ ਜਾਤ ਭੇਖ ਦਾ ਹੋਵੇ, ਉਹ ਜਾਣੇਗਾ ਬ੍ਰਹਮ ਨੂੰ। ਉਹ ਆਪਣਾ ਆਪ ਲੁਟਾ ਕੇ ਕੰਗਲਾ ਨਹੀਂ ਹੋ ਜਾਏਗਾ। ਪਾਂਡਾ, ਕਿਵੇਂ ਮਾਇਆ ਦਾ ਮਦ ਚੜ ਰਿਹਾ ਹੈ? ਕਿਵੇਂ ਮਾਇਆ ਦਾ ਮਦ ਚੜ ਰਿਹਾ ਹੈ? ਗੁਰੂ ਜੀ, ਮਾਇਆ ਦਾ ਮਦ ਹੰਕਾਰ ਦੀ ਸੂਰਤ ਹੋ ਕੇ ਚੜ੍ਹਦਾ ਹੈ। ਪਾਂਡਾ, ਸੋਚ ਕੇ ਕਿਵੇਂ ਜੀਓ? ਗੁਰੂ ਜੀ, ਇੱਕ ਵੰਡ ਹੈ ਭੇਖਧਾਰੀਆਂ ਦੀ, ਜੋਗੀ, ਸੰਨਿਆਸੀ ਆਦਿ ਦੀ। ਇਹਨਾਂ ਨੂੰ ਆਪੋ ਆਪਣੇ ਭੇਖ ਦਾ ਅਹੰਕਾਰ ਹੈ ਕਿ ਮੇਰਾ ਭੇਖ ਜਾਂ ਦਰਸ਼ਨ ਜਾਂ ਮਤ ਵੱਡਾ ਹੈ, ਹੋਰ ਸਭ ਤੁੱਛ ਹੈ। ਇੱਕ ਵੰਡ ਹੈ ਖੱਤਰੀ, ਬ੍ਰਾਹਮਣ, ਵੈਸ਼ ਆਦਿ ਜਾਤੀ ਵੰਡ ਦੀ। ਪਹਿਲੀਆਂ ਉੱਚ ਜਾਤੀਆਂ ਜਾਤ ਦੇ ਉੱਚੇ ਹੋਣ ਦੇ ਹੰਕਾਰ ਵਿੱਚ ਹਨ। ਛੋਟੇ ਸ਼ੂਦਰ ਆਦਿ ਆਪਣੀ ਜਾਤ ਦੇ ਨੀਵੇਂ ਹੋਣ ਦੀ ਢਹਿੰਦੀ ਬਿਰਤੀ ਵਾਲੇ ਹੋ ਰਹੇ ਹਨ। ਇਹ ਬਿਰਤੀ ਦਾ ਢਹਿੰਦੇ ਦਾ ਰਹਿਣਾ ਵੀ ਅਹੰਕਾਰ ਵਾਂਗੂ ਇੱਕ ਨਿੰਦਰਾ ਹੀ ਹੈ, ਜੋ ਅਸਲੇ ਨੂੰ ਪਛਾਣਨ ਨਹੀਂ ਦਿੰਦੀ। ਤੀਸਰੀ ਅਹੰਕਾਰ ਬਿਰਤੀ ਚੜ੍ਹਦੀ ਹੈ ਵਿਦਿਆ ਤੋਂ। ਪੰਡਤ ਤੇ ਵਿਦਵਾਨ ਲੋਕ ਵਿਦਿਆ ਪਾ ਕੇ ਜਾਗਰਤ ਵਿੱਚ ਨਹੀਂ ਆਉਂਦੇ, ਸਗੋਂ ਆਪਣੀ ਵਿਦਿਆ ਦੇ ਅਭਿਮਾਨ ਵਿੱਚ ਮਾਇਕ ਨੀਂਦ ਵਿੱਚ ਗੜੂੰਦ ਰਹਿੰਦੇ ਹਨ। ਦੇਖ ਪੰਡਤਾ, ਇਹ ਲੋਕ ਜਾਣਦੇ ਹੋਏ ਨਹੀਂ ਜਾਣਦੇ, ਸਗੋਂ ਵਿਦਿਆ ਪਾ ਕੇ ਮਾਇਆ ਇਕੱਠੀ ਕਰਨ ਦੇ ਪ੍ਰੇਮ ਵਿੱਚ ਵਧੇਰੇ ਹੋ ਜਾਂਦੇ ਹਨ। ਪਾਂਡਾ, ਸੋਚ ਕੇ ਗੁਰੂ ਜੀ, ਜਾਗਦਾ ਕਿਸ ਨੂੰ ਸਮਝੀਏ? ਗੁਰੂ ਜੀ, ਜੋ ਪੰਜਾਂ ਦੂਤਾਂ ਨੂੰ ਵਸ ਕਰ ਲਵੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਜਿੱਤ ਲਵੇ। ਪਹਿਲਾ ਕਦਮ ਹੈ ਜਾਗਰਤਾ। ਇਹ ਹੈ, ਸੋਚ ਲਓ, ਜੋਗੀ ਕਿ ਸੰਨਿਆਸੀ, ਪੰਡਤ ਕਿ ਵਰਣਾਸ਼ਰਮੀ, ਸਭ ਦਾ ਮੂਲ ਪੰਚਾਂ ਉੱਤੇ ਵਸੀਕਾਰ ਪਾਉਣਾ ਹੋਣਾ ਚਾਹੀਦਾ ਹੈ ਕਿ ਨਹੀਂ? ਪਾਂਡਾ, ਸੱਚ ਆਗਿਆ ਕੀਤੀ ਨੇ। ਗੁਰੂ ਜੀ, ਪੰਡਤ ਕੇ ਵਰਣਾਸ਼ਰਮੀ ਕਿ ਭੇਖਧਾਰੀ ਸਭ ਨੂੰ ਚਾਹੀਏ ਕਿ ਪੰਜਾਂ ਤੇ ਵਸੀਕਾਰ ਪਾ ਕੇ ਇੱਕ ਤੱਤ ਦੀ ਵਿਚਾਰ ਕਰਨ ਤੇ ਆਪਣੇ ਅਸਲੇ ਨੂੰ ਪਛਾਣਨ, ਜੋ ਆਤਮ ਵਸਤੂ ਹੈ, ਤੇ ਆਪਾ ਭਾਵ ਤੇ ਮਮਤ, ਜੋ ਮੂਲ ਅਹੰਕਾਰ ਹੈ, ਇਸ ਨੂੰ ਜਿੱਤ ਲਿਆ ਜਾਵੇ। ਤੱਤ ਵਿਚਾਰ ਲਈ ਇਸ ਆਪਾ ਭਾਵ ਨੂੰ ਮਾਰਨੇ ਦੀ ਲੋੜ ਹੈ। ਖੱਤਰੀ ਧਰਮਾਂ ਦੇ ਹੰਕਾਰ ਵਿੱਚ ਵਿਦੋਸ਼ੀਆਂ ਨੂੰ ਮਾਰਨੇ ਦੀ ਲੋੜ ਨਹੀਂ। ਜਾਤ ਦੀ ਹੀਣਤਾਈ ਵਾਲੀ ਬਿਰਤੀ ਵੀ ਦੂਰ ਕਰਨੀ ਚਾਹੀਏ ਕਿ ਮੈਂ ਪਰਾਈ ਕਿਰਤ ਲਈ ਹੀ ਜੰਮਿਆ ਹਾਂ, ਮੈਂ ਹੀਣਾ ਹਾਂ। ਉਹ ਹੀਣਤਾਈ ਨੂੰ ਛੱਡ ਕੇ ਆਪਣੇ ਤੱਤ ਨੂੰ ਪਛਾਣੋ, ਜੋ ਆਤਮ ਸਰੂਪ ਹੈ। ਫਿਰ ਕੌਣ ਜਾਗਦਾ ਕਹੀਦਾ ਹੈ? ਜੋ ਇੱਕ ਅਦੁੱਤੀ ਪਰਮਾਤਮਾ ਨੂੰ ਪਛਾਣਦਾ ਹੈ। ਸੋ ਚੌਂ ਵਰਣਾਂ ਵਿੱਚ ਜੋ ਕੋਈ ਇਸ ਅਦੁੱਤੀ ਬ੍ਰਹਮ ਦੀ ਸਿਆਣ ਵਿੱਚ ਆ ਗਿਆ, ਉਹ ਜਾਗਦਾ ਹੈ। ਜਮ ਕਾਲ ਤੋਂ ਉਸ ਦਾ ਛੁਟਕਾਰਾ ਹੋ ਜਾਂਦਾ ਹੈ। ਇਸ ਅਵਸਥਾ ਨੂੰ ਪ੍ਰਾਪਤ ਹੋਇਆ, ਚਾਹੋ ਕਿਸੇ ਭੇਖ ਦਾ ਹੋਵੇ, ਕਿਸੇ ਵਰਣ ਦਾ ਹੋਵੇ, ਪੰਡਤ ਹੋਵੇ ਕਿ ਅਪੰਡਤ, ਉਹ ਮੁਕਤ ਹੈ। ਹਾਂ ਪੰਡਤ ਜੀ, ਜਿਸ ਪੁਰਖ ਦੇ ਨੈਣਾਂ ਵਿੱਚ ਗਿਆਨ ਦਾ ਸੁਰਮਾ ਪੈ ਗਿਆ, ਉਹ ਜਾਗਦਾ ਹੈ, ਚਾਹੋ ਕੋਈ ਹੋਵੇ। ਪੰਡਤ ਸੁਣਦਾ ਸੁਣਦਾ ਨਿਸ਼ਚੇ ਦੇ ਘਰ ਆ ਗਿਆ। ਹੁਣ ਬਹੁਤ ਸ਼ਰਧਾ ਵਾਲੀ ਆਵਾਜ਼ ਵਿੱਚ ਬੋਲਿਆ, ਆਪਣੇ ਤਾਣ ਪੰਜ ਵਸ ਨਹੀਂ ਆਉਂਦੇ। ਆਪਣੀ ਵਿਦਿਆ ਤੱਤ ਵਿਚਾਰ ਵਿੱਚ ਨਹੀਂ ਲੈ ਜਾਂਦੀ, ਸਹਾਇਤਾ ਦੀ ਲੋੜ ਹੈ। ਸਤਿਗੁਰੂ ਜੀ, ਜਾਗ ਉਸੇ ਦੀ ਖੁੱਲਦੀ ਹੈ ਜੋ ਸਤਿਗੁਰ ਦੀ ਸੰਗਤ ਕਰਦਾ ਹੈ। ਇਹ ਪੰਚਦੂਤ ਵਸ ਕਰ ਲੈਂਦਾ ਹੈ, ਉਹੀ ਤੱਤ ਵਿਚਾਰ ਵਿੱਚ ਜਾਂਦਾ ਹੈ। ਪੰਡਤ ਸੱਚ ਫਰਮਾਇਆ ਨੇ, ਦੂਰੋਂ ਚੱਲ ਕੇ ਆਇਆ ਹਾਂ, ਚਰਨ ਸ਼ਰਨ ਰੱਖ ਲਓ ਤੇ ਜਾਗਤ ਬਖਸ਼ ਦਿਓ। ਸਤਿਗੁਰੂ ਜੀ ਇਸ ਵੇਲੇ ਇੱਕ ਖਾਸ ਨਜ਼ਰ ਨਾਲ ਚੁਬਾਰੇ ਵੱਲ ਤੱਕੇ ਤਾਂ ਬੱਲੂ ਸਮਝ ਗਿਆ। ਉਸਨੇ ਛੇਤੀ ਨਾਲ ਕੋਰਾ ਕਾਗਜ਼ ਤੇ ਕਲਮ ਦਵਾਤ ਅੱਗੇ ਲਿਆ ਰੱਖੀ। ਦਾਤਾ ਜੀ ਨੇ ਉਸ ਵੇਲੇ ਇਉਂ ਲਿਖਿਆ, ਭੈਰੋਂ ਮਹੱਲਾ ਤੀਜਾ, ਜੋਗੀ ਗ੍ਰਹੀ ਪੰਡਤ ਭੇਖ ਧਾਰੀ, ਇਹ ਸੂਤੈ ਆਪਣੇ ਅਹੰਕਾਰੀ, ਮਾਇਆ ਮਦ ਮਾਤਾ ਰਹਿਆ ਸੋਏ, ਜਾਗਤ ਰਹਿ ਨ ਮੂਸੈ ਕੋਇ ਰਹਾਉ, ਸੋ ਜਾਗੈ ਜਿਸ ਸਤਿਗੁਰ ਮਿਲੈ, ਪੰਚ ਦੂਤ ਉਹ ਵਸਗਤ ਕਰੈ, ਸੋ ਜਾਗੈ ਜੋ ਤਤ ਵਿਚਾਰੈ, ਆਪ ਮਰੈ ਅਵਰਾ ਨਹਿ ਮਾਰੈ, ਸੋ ਜਾਗੈ ਜੋ ਏਕੋ ਜਾਣੈ, ਪ੍ਰਕਿਰਤ ਛੋੜੈ ਤਤ ਪਛਾਣੈ, ਚਹੁ ਵਰਨਾ ਵਿੱਚ ਜਾਗੈ ਕੋਏ, ਜਮ ਕਾਲੈ ਤੇ ਛੂਟੈ ਸੋਏ, ਕਹਿਤ ਨਾਨਕ ਜਨ ਜਾਗੈ ਸੋਏ,
ਗਿਆਨ ਅੰਜਨ ਜਾ ਕੀ ਨੇਤਰੀ ਹੋਏ। ਆਪ ਨੇ ਇਹ ਸ਼ਬਦ ਲਿਖ ਕੇ ਰੱਖ ਦਿੱਤਾ। ਬੱਲੂ ਨੇ ਕਾਗਜ਼ 'ਚ ਆਇਆ ਤੇ ਪੜ੍ਹਿਆ। ਸੁਆਦ ਆ ਗਿਆ ਤੇ ਸ਼ਬਦ ਰਹਾ ਬਣ ਕੇ ਉੱਚੀ ਸੁਣਾ ਦਿੱਤੋਸ। ਸੁਣਦੇ ਸਾਰ ਪੰਡਤ ਚਰਨੀ ਪੈ ਗਿਆ। ਨਾਮਦਾਨ ਲੈ ਕੇ ਕਿਰਤਾਰਥ ਹੋ ਗਿਆ ਤੇ ਦੋਹਾਂ ਸ਼ਬਦਾਂ ਦਾ ਉਤਾਰਾ ਕਰ ਲਿਆਸ। ਅਗਲੇ ਦਿਨ ਲੰਗਰ ਤੋਂ ਪ੍ਰਸ਼ਾਦਾ ਛਕ ਕੇ ਗੁਰੂ ਕਾ ਥਾਪੜਾ ਲੈ ਕੇ ਵਿਦਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਚਨਾ। ਸ੍ਰੀ ਦਾਸੂ ਜੀ ਦਾ ਪ੍ਰਸੰਗ ਪਿੱਛੇ ਆ ਚੁੱਕਾ ਹੈ। ਇਹ ਪ੍ਰਸੰਗ ਬੰਸਾਵਲੀਨਾਮੇ ਆਦਿ ਦੇ ਆਧਾਰ ਤੇ ਹੈ। ਸੂਰਜ ਪ੍ਰਕਾਸ਼, ਮਹਿਮਾ ਪ੍ਰਕਾਸ਼ ਆਦਿ ਵਿੱਚ ਇਹ ਨਹੀਂ ਹੈ, ਪਰ ਸੂਰਜ ਪ੍ਰਕਾਸ਼, ਤਵਾਰੀਖ ਖਾਲਸਾ, ਸਵਾਨੇ ਉਮਰੀ, ਗੁਰੂ ਅਮਰਦਾਸ ਆਦਿ ਪੋਥੀਆਂ ਵਿੱਚ ਇੱਕ ਪ੍ਰਸੰਗ ਹੋਰ ਹੈ। ਉਹ ਦਾਤੂ ਗੁਰੂ ਅੰਗਦ ਦੇਵ ਜੀ ਦੇ ਦੂਜੇ ਸਾਹਿਬਜ਼ਾਦੇ ਜੀ ਸੰਬੰਧੀ ਹੈ। ਦੋਹਾਂ ਪ੍ਰਸੰਗਾਂ ਦੇ ਹੋਏ ਹੋਣ ਦਾ ਇੱਕ ਸਬੂਤ ਭਾਈ ਗੁਰਦਾਸ ਜੀ ਤੋਂ ਮਿਲਦਾ ਹੈ। ਉਹਨਾਂ ਦੇ ਇਸ਼ਾਰੇ ਮਾਤਰ ਲੇਖ ਤੋਂ ਦੋਹਾਂ ਦੇ ਇਤਿਹਾਸਕ ਵਾਕਿਆ ਹੋਣ ਦੀ ਪ੍ਰੋੜਤਾ ਹੋ ਜਾਂਦੀ ਹੈ। ਆਪ ਆਪਣੀ ਵਾਰ 26ਵੀਂ ਵਿੱਚ ਪੌੜੀ 33 ਵਿੱਚ ਲਿਖਦੇ ਹਨ, ਮੰਜੀ ਦਾਸ ਬਹਾਲਿਆ, ਦਾਤੂ ਸਿੱਧਾਸਣ ਸਿੱਖ ਆਇਆ। ਭਾਈ ਜੀ ਨੇ ਇਸ ਪੌੜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਤੋਂ ਲੈ ਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਪੁੱਤਰਾਂ ਦੇ ਸੰਖੇਪ ਜ਼ਿਕਰ ਕੀਤੇ ਹਨ, ਜਿਨ੍ਹਾਂ ਵਿੱਚ ਵਿਸ਼ੇਸ਼ ਜ਼ਿਕਰ ਗੱਦੀ ਦੀ ਬਰਾਬਰੀ ਕਰਨ ਵਾਲਿਆਂ ਦੇ ਹਨ। ਉਹਨਾਂ ਵਿੱਚ ਇੱਕ ਸਤਰ ਉੱਪਰਲੀ ਹੈ, ਜਿਸ ਦਾ ਅਰਥ ਸਪਸ਼ਟ ਹੈ ਤੇ ਟੀਕਾਕਾਰਾਂ ਨੇ ਵੀ ਇਹ ਕੀਤਾ ਹੈ। ਦਾਸੂ ਜੀ ਨੂੰ ਉਹਨਾਂ ਦੇ ਸੰਗੀਆਂ ਸਲਾਹਗੀਰਾਂ ਨੇ ਗੱਦੀ ਤੇ ਬਹਾਲ ਦਿੱਤਾ ਤੇ ਦਾਤੂ ਸਿੱਧਾਸਣ ਸਿੱਖ ਕੇ ਆਇਆ, ਭਾਵ ਜੋ ਕਿਰਿਆ ਸਿੱਖ ਕੇ ਗੱਦੀ ਤੇ ਬੈਠਾ। ਗੋਇਆ ਦੋਹਾਂ ਪੁੱਤਰਾਂ ਦਾ ਗੱਦੀ ਦੇ ਲੈਣ ਦੇ ਪ੍ਰਯਤਨ ਵਿੱਚ ਜ਼ਿਕਰ ਹੈ। ਸਿੱਧਾਸਣ ਸਿੱਖ ਆਇਆ ਤੋਂ ਇਸ਼ਾਰਾ ਇਹ ਜਾਪਦਾ ਹੈ ਕਿ ਦਾਸੂ ਜੀ ਜਦ ਗੱਦੀ ਤੇ ਬੈਠੇ ਤਾਂ ਉਹਨਾਂ ਦਾ ਸਿਰ ਫਿਰ ਗਿਆ ਸੀ। ਮਾਤਾ ਜੀ ਨੇ ਦੱਸਿਆ ਸੀ ਕਿ ਲੋਕਾਂ ਦੇ ਪਾਪਾਂ ਦਾ ਭਾਰ ਚੁੱਕਣ ਦਾ ਫਲ ਹੈ। ਉਹ ਤਾਂ ਗੁਰੂ ਮਿਹਰ ਨਾਲ ਵੱਲ ਹੋ ਗਏ, ਪਰ ਦਾਤੂ ਜੀ ਨੇ ਯੋਗ ਮਾਰਗ ਦਾ ਸਿੱਧ ਆਸਣ ਸਿੱਖਿਆ ਜਾਂ ਸਿੱਧਾਂ ਦੇ ਆਸਣ ਸਿੱਖੇ, ਫਿਰ ਸਿੱਖ ਕੇ ਗੱਦੀ ਤੇ ਬੈਠਣ ਦਾ ਉਦਮ ਕੀਤਾ, ਜੋ ਉਹ ਯੋਗ ਸ਼ਕਤੀਆਂ ਨਾਲ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਕਰ ਸਕੇ। ਪਰ ਇਹਨਾਂ ਦੇ ਸਿਰ ਵਿੱਚ ਹੰਕਾਰ ਦੇ ਗੱਡੇ ਚੜ੍ਹ ਗਏ ਤੇ ਫਲ ਦੁੱਖ ਹੀ ਨਿਕਲਿਆ, ਗੁਰਿਆਈ ਨਾ ਕੀਤੀ ਜਾ ਸਕੀ। ਜਿਵੇਂ ਸ੍ਰੀ ਦਾਸੂ ਜੀ ਨੂੰ ਸਵਾਰਥੀ ਲੋਕਾਂ ਨੇ ਗੁਰੂ ਗੱਦੀ ਦੀ ਹਮਸਰੀ ਵਾਸਤੇ ਚੁੱਕਿਆ ਸੀ, ਤਿਵੇਂ ਦਾਤੂ ਜੀ ਨੂੰ ਵੀ ਸਵਾਰਥੀਆਂ ਨੇ ਹੀ ਚੁੱਕਿਆ ਸੀ। ਸ੍ਰੀ ਦਾਤੂ ਜੀ ਦਾ ਪ੍ਰਸੰਗ ਜੋ ਸੂਰਜ ਪ੍ਰਕਾਸ਼ ਆਦਿ ਤੋਂ ਮਿਲਦਾ ਹੈ, ਪਿਛਲੇ ਅੰਕ ਵਿੱਚ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।